ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਉਗੇ ਸਿਆਸੀ ਮਾਹਰ ਤੇ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਕਿ ਇੱਕ ਪਾਸੇ ਤਾਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਤੇ ਦੂਸਰੇ ਪਾਸੇ ਜਦੋਂ ਅਸੀਂ ਕਿਸਾਨਾਂ ਦੇ ਵੱਲ ਝਾਤ ਮਾਰਦੇ ਹਾਂ, ਬੀਐਸਐਫ ਦੇ ਮੁੱਦੇ ਨੂੰ ਲੈ ਕੇ ਵੀ ਚਰਚਾ ਹੋਣੀ ਲਾਜ਼ਮੀ ਹੈ। ਪਰ ਬਾਰਡਰ ਖੁਲਵਾਓ ਤੇ ਕਿਸਾਨ, ਵਪਾਰ, ਨੌਜਵਾਨਾਂ ਦੇ ਲਈ ਰੁਜ਼ਗਾਰ, ਇਹ ਸਾਰਾ ਕੁਝ ਬਚਾਉਣ ਦੀ ਮੁਹਿੰਮ ਅਸੀਂ ਅੱਗੇ ਵੀ ਸੁਣਦੇ ਰਹੇ ਹਾਂ। ਪਰ ਬਾਰਡਰ ਖੁੱਲਣ ਦੇ ਨਾਲ ਕਿਸ ਤਰ੍ਹਾਂ ਦੇ ਪ੍ਰਭਾਵ ਪੈਣਗੇ, ਜੇ ਖੁੱਲਦਾ ਹੈ ਤਾਂ ਕਿਉਂ ਨਹੀਂ ਖੁੱਲ ਰਿਹਾ, ਇਹ ਵੀ ਇੱਕ ਵੱਡਾ ਸਵਾਲ ਹੈ। ਇਹ ਸਭ ਦੇ ਉੱਤੇ ਅਸੀਂ ਚਰਚਾ ਕਰਾਂਗੇ। ਹਮੀਰ ਸਿੰਘ ਜੀ, ਸਵਾਗਤ ਹੈ ਤੁਹਾਡਾ। ਜੀ ਸ਼ੁਕਰੀਆ। ਸ਼ੁਕਰੀਆ। ਹਮੀਰ ਸਿੰਘ ਜੀ, ਬਾਰਡਰ ਖੁਲਵਾਓ ਤੇ ਕਿਸਾਨ ਬਚਾਓ, ਜੇ ਅਸੀਂ ਸਿਰਫ ਕਿਸਾਨੀ ਤੋਂ ਸ਼ੁਰੂ ਕਰੀਏ ਕਿ ਜੇ ਬਾਰਡਰ ਖੁੱਲਦੇ ਨੇ ਤਾਂ ਇਹਦੇ ਨਾਲ ਕਿਸਾਨਾਂ ਨੂੰ ਕਿਸ ਪੱਧਰ ਤੱਕ ਫਾਇਦਾ ਹੁੰਦਾ। ਪਰ ਦੂਜੀ ਗੱਲ ਨਾਲੋਂ ਨਾਲ ਇਹ ਵੀ ਸਵਾਲ, ਇਹਦਾ ਵੀ ਜਵਾਬ ਦੇ ਦਿਓ ਕਿ ਬਾਰਡਰ ਖੁੱਲਦੇ ਕਿਉਂ ਨਹੀਂ, ਕਿਹੜੇ ਕਾਰਨਾਂ ਕਰਕੇ। ਜਦੋਂ ਗੁਜਰਾਤ ਦੇ ਪਾਸੇ ਦੀ ਗੱਲ ਕੀਤੀ ਜਾਂਦੀ ਹੈ ਕਿ ਦੂਜੇ ਪਾਸਿਓਂ ਵਪਾਰ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ, ਪਰ ਪੰਜਾਬ ਨੂੰ ਇਸ ਦਾ ਨੁਕਸਾਨ ਅਕਸਰ ਝੱਲਣਾ ਪੈਂਦਾ ਬਾਰਡਰ ਬੰਦ ਹੋਣ ਦੇ ਕਾਰਨ। ਵੈਸੇ ਤਾਂ ਓਵਰਆਲ ਸਾਨੂੰ ਦੇਖਣਾ ਪਏਗਾ ਕਿ ਇਹਦੀ ਜੜ ਕਿੱਥੇ ਹੈ। ਜੜ ਇਹਦੀ 1947 ਦੀ ਵੰਡ ਦੇ ਵਿੱਚ ਪਈ। ਔਰ ਜਦੋਂ ਅਸੀਂ ਇਹ ਕਹਿ ਰਹੇ ਹਾਂ ਕਿ ਵੰਡ ਹੀ ਗੈਰ ਕੁਦਰਤੀ ਸੀ, ਗੈਰ ਕੁਦਰਤੀ ਦਾ ਮਤਲਬ ਇਹ ਹੈ ਕਿ ਇੱਕ ਖਾਸ ਮਾਹੌਲ ਦੇ ਵਿੱਚ ਉਹ ਵੰਡ ਕੀਤੀ ਗਈ, ਜਿਹਦੇ 'ਚ ਹੁਣ ਤੱਕ ਸਾਨੂੰ ਤਾਂ ਇਹੀ ਪੜ੍ਹਾਇਆ ਜਾਂਦਾ ਰਿਹਾ ਕਿ ਅੰਗਰੇਜ਼ਾਂ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਦੇ ਕਰਕੇ ਦੇਸ਼ ਦੀ ਵੰਡ ਹੋਈ। ਪਰ ਇਸ ਤੋਂ ਬਾਅਦ ਬਹੁਤ ਸਾਰੇ ਤੱਥ ਹੋਰ ਆ ਗਏ, ਜਿਹੜੇ ਟਰਾਂਸਫਰ ਆਫ ਪਾਵਰਜ ਦੇ ਡਾਕੂਮੈਂਟ ਸੀਗੇ, ਜਿਹੜੇ 40 ਸਾਲ ਨਹੀਂ ਸੀ ਬਾਹਰ ਆਏ ਪਹਿਲਾਂ, ਉਹਨਾਂ ਚੋਂ ਕਈ ਗੱਲਾਂ ਹੋਰ ਵੀ ਝਲਕਦੀਆਂ ਨੇ। ਜਾਂ ਜਿਹੜੇ ਕਾਂਗਰਸ ਦੇ 8 ਸਾਲ ਤੱਕ ਪ੍ਰੈਜ਼ੀਡੈਂਟ ਰਹੇ ਸੀ ਆਜ਼ਾਦੀ ਤੋਂ ਪਹਿਲਾਂ, ਬਾਅਦ ਚ ਆਜ਼ਾਦ ਦੇਸ਼ ਦੇ ਜਿਹੜੇ ਹਿਊਮਨ ਰਿਸੋਰਸਜ਼ ਮਿਨਿਸਟਰ ਬਣੇ, ਮੌਲਾਨਾ ਅਬਦੁਲ ਕਲਾਮ ਆਜ਼ਾਦ, ਉਹਨਾਂ ਦੀ ਇੱਕ ਕਿਤਾਬ ਸੀ ਇੰਡੀਆ ਵਿਨਜ਼ ਫਰੀडम। ਉਹਨਾਂ ਨੇ ਬਹੁਤ ਸਾਰੇ ਹੋਰ ਖੁਲਾਸੇ ਕੀਤੇ। ਅਸਲ ਦੇ ਵਿੱਚ ਖੁਲਾਸੇ ਇਹ ਹੋਏ ਕਿ ਦੇਸ਼ ਦੀ ਵੰਡ ਦਾ ਆਧਾਰ ਤਾਂ ਬਣਿਆ ਕਿਉਂਕਿ ਕਾਂਗਰਸ ਦਾ ਇੱਕ ਡੋਮੀਨੇਟਿੰਗ ਧੜਾ ਜਿਹੜਾ ਸੀ, ਉਹ ਨਹੀਂ ਸੀ ਚਾਹੁੰਦਾ ਬਰਾਬਰ ਦੇ ਹੱਕ ਦੇਣਾ ਘੱਟ ਗਿਣਤੀਆਂ ਨੂੰ ਇਹ ਸਾਰੇ ਸਬ ਕੰਟੀਨੈਂਟ ਦੇ ਵਿੱਚ। ਨਹੀਂ ਤਾਂ ਉਹ ਕਹਿ ਰਿਹਾ ਸੀ, ਕੈਬਨਿਟ ਮਿਸ਼ਨ ਯੋਜਨਾ ਮੰਨ ਲਈ ਗਈ ਸੀ ਦੋਨੇ ਧਿਰਾਂ ਵੱਲੋਂ, ਮੁਸਲਿਮ ਲੀਗ ਵੱਲੋਂ ਵੀ ਔਰ ਕਾਂਗਰਸ ਵੱਲੋਂ ਵੀ, ਕਿ ਅਸੀਂ ਇਹ ਦੇਸ਼ ਨੂੰ ਫੈਡਰਲ ਬਣਾ ਕੇ ਪੂਰੀ ਤਰ੍ਹਾਂ, ਜਿੱਥੇ ਘੱਟ ਗਿਣਤੀਆਂ ਬਹੁ ਗਿਣਤੀ 'ਚ ਰਹਿੰਦੀਆਂ ਨੇ ਜਿਹੜੇ ਸੂਬਿਆਂ ਦੇ ਵਿੱਚ, ਉਹਨਾਂ ਨੂੰ ਵੱਧ ਅਧਿਕਾਰ ਦੇ ਕੇ ਦੇਸ਼ ਇਕੱਠਾ ਰੱਖਿਆ ਜਾ ਸਕਦਾ। ਪਰ ਕਾਂਗਰਸ ਉਹਦੇ ਤੋਂ ਪਿੱਛੇ ਹਟੀ। ਖਾਸ ਤੌਰ ਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਇੱਕ ਬਿਆਨ ਦੇਤਾ ਕਿ ਜਦੋਂ ਅਸੀਂ ਸੰਵਿਧਾਨ ਘੜਨੀ ਸਭਾ 'ਚ ਜਾਵਾਂਗੇ, ਉਦੋਂ ਕਿਸੇ ਵੀ ਪੁਰਾਣੇ ਸਮਝੌਤੇ ਦੇ ਪਾਬੰਦ ਨਹੀਂ ਹੋਵਾਂਗੇ। ਉਹਦੇ ਤੋਂ ਬਾਅਦ ਫਿਰ ਇਹ ਰੌਲਾ ਹੋਰ ਵੱਧ ਗਿਆ। ਮਤਲਬ ਇੱਕ ਤਾਂ ਇਹ ਸੀ ਕਿ ਅਪਰੋਚ ਦੇ ਪੱਧਰ ਤੇ ਦੋ ਕੌਮਾਂ ਦੀ ਥਿਉਰੀ, ਦੋ ਕੌਮਾਂ ਨੂੰ ਧਰਮ ਦੇ ਆਧਾਰ ਤੇ ਬਣਾ ਕੇ ਅਸੀਂ ਜਿਹੜੀ ਕੀਤੀ, ਉਹ 'ਚ ਨੁਕਸਾਨ ਵੀ ਬਹੁਤ ਵੱਡਾ ਹੋਇਆ। ਨੁਕਸਾਨ ਅਸਲ 'ਚ ਆਮ ਕਿਹਾ ਜਾਂਦਾ, ਇਹ ਗੱਲ ਵੀ ਸਹੀ ਹੈ, ਦਰੁਸਤ ਹੈ, ਕਿ ਦੇਸ਼ ਦੀ ਵੰਡ ਹੋਈ ਨਹੀਂ, ਵੰਡ ਹੋਈ ਹੈ ਪੰਜਾਬ ਦੀ ਤੇ ਬੰਗਾਲ ਦੀ। ਤੇ ਇਸੇ ਲਈ 10 ਲੱਖ ਮਰਨ ਵਾਲਿਆਂ 'ਚ ਉਦੋਂ ਜਿਹੜੇ ਫਿਰਕੂ ਦੰਗਿਆਂ 'ਚ ਮਰੇ, ਉਹਨਾਂ 'ਚ 8 ਲੱਖ ਪੰਜਾਬੀਆਂ ਦਾ ਅੰਕੜਾ ਦੱਸਿਆ ਜਾਂਦਾ। ਜਦੋਂ ਇਹ ਮਾਹੌਲ ਹੈ, ਅਚਾਨਕ ਆ ਕੇ ਕੋਈ ਗੱਲ ਪੈ ਗਈ ਤੁਹਾਡੇ ਗੱਲ। ਪੰਜਾਬ ਦਾ ਜਿਹੜਾ ਖਿੱਤਾ ਸੀ ਉਦੋਂ ਦਾ, ਪੰਜਾਬ ਦੇ ਟੋਟਲ ਖਿੱਤੇ ਦੇ ਵਿੱਚ ਨਾ ਮੁਸਲਿਮ ਲੀਗ ਸੀ, ਨਾ ਕਾਂਗਰਸ ਦੀ ਸੱਤਾ ਸੀ। ਪੰਜਾਬ 'ਚ ਯੂਨੀਅਨਿਸਟ ਪਾਰਟੀ ਆਫ ਇੰਡੀਆ ਦੀ ਸੱਤਾ ਸੀ, ਔਰ ਯੂਨੀਅਨਿਸਟ ਪਾਰਟੀ ਵੰਡ ਦੇ ਵਿਰੋਧੀ ਸੀ। ਨੈਸ਼ਨਲ ਲੈਵਲ ਦੇ ਹੋਰ ਹੋ ਗਿਆ। ਇਸੇ ਕਰਕੇ ਤੁਸੀਂ ਦੇਖੋ ਕਿ ਜਦੋਂ ਦੀ ਵੀ ਵੰਡ ਹੋਈ ਵੀ ਹੈ, ਉਦੋਂ ਦੇ ਲੋਕਾਂ ਦੇ ਵਿੱਚ ਅਜੇ ਇਹ ਸੀ, ਉਦਰੇਵਾਂ ਸੀ ਬਹੁਤ ਜ਼ਿਆਦਾ। ਬਹੁਤ ਲੋਕ ਆਪਣਾ ਸਮਾਨ ਉੱਥੇ ਹੀ ਛੱਡ ਆਏ ਵੀ ਚੱਲ ਥੋੜੇ ਦਿਨ ਦਾ ਕੰਮ ਹੈ, ਮੁੜ ਕੇ ਫੇਰ ਆ ਜਾਣਗੇ। ਇੱਕ ਦੂਜੇ ਦੇ ਮਤਲਬ ਆਪਣੀ ਭੋਏ ਨਾਲ, ਜੰਮਣ ਭੋਏ ਨਾਲ, ਆਪਣੇ ਇਲਾਕੇ ਨਾਲ ਮੁਹੱਬਤ ਜਿਹੜੀ ਲਗਾਤਾਰ ਹੁੰਦੀ ਹੈ, ਇੱਕ ਦੂਜੇ ਨਾਲ ਰਹੇ, ਉਹ ਟੈਂਪਰੇਰੀ ਵਰਤਾਰਾ ਹੋਇਆ ਜਿਹਦੇ ਨਾਲ ਬੰਦੇ ਮਰੇ। ਪਰ ਹੁਣ ਵੀ ਜਦੋਂ ਪਾਕਿਸਤਾਨੀ ਔਰ ਇੱਧਰਲੇ ਪੰਜਾਬੀ ਮਿਲਦੇ ਨੇ, ਇੱਕ ਦੂਜੇ ਨੂੰ ਕਿਵੇਂ ਗਲਵੱਕੜੀ ਪਾ ਕੇ ਮਿਲਦੇ ਨੇ, ਇੱਕ ਦੂਜੇ ਦੀ ਚਾਹਤ ਹੈ, ਇੱਕ ਦੂਜੇ 'ਚ ਮੁਹੱਬਤ ਹੈ। ਕੇਵਲ ਜੰਗ ਜਿਹੜੀ ਹੈ ਉਹ ਹੁਕਮਰਾਨਾਂ ਦਾ ਇੱਕ ਕਿੱਤਾ ਬਣਿਆ ਹੋਇਆ। ਲੋਕਾਂ ਦੇ ਵਿੱਚ ਜਿਹੜੀ ਪੀਪਲ ਟੂ ਪੀਪਲ ਕੰਟੈਕਟ ਜਦੋਂ ਵੀ ਖੁੱਲਿਆ, ਇਹ ਬਹੁਤ ਵੱਡੇ ਪੱਧਰ ਤੇ ਪ੍ਰਵਾਨਿਆ ਗਿਆ, ਮਨਜ਼ੂਰ ਕੀਤਾ ਗਿਆ। ਇੱਕ ਤਾਂ ਇਹ ਇਹਦੀ ਬੈਕਗਰਾਊਂਡ ਦੇ ਵਿੱਚ ਗੱਲ ਇਹ ਹੈ। ਤੇ ਜਦੋਂ ਫਿਰ ਤੁਹਾਡੇ ਕਲਚਰ ਸਾਂਝਾ ਹੋਵੇ, ਬੋਲੀ ਸਾਂਝੀ ਹੋਵੇ, ਸੱਭਿਆਚਾਰ ਦੇ ਨਾਲ ਜੋੜ ਕੇ ਬਾਕੀ ਦਾ ਇਤਿਹਾਸਕ ਪਿਛੋਕੜ 'ਚ ਤੁਸੀਂ ਇਕੱਠੇ ਆਜ਼ਾਦੀ ਦੀਆਂ ਲੜਾਈਆਂ ਲੜੀਆਂ ਹੋਣ, 40 ਸਾਲ ਤੱਕ ਲਗਭਗ ਮਹਾਰਾਜਾ ਰਣਜੀਤ ਸਿੰਘ ਦਾ ਇਕਜੁੱਟ ਰਾਜ, ਜਿਹਨੂੰ ਚੰਗੇ ਰਾਜ ਦੇ ਤੌਰ ਤੇ ਮਹਿਸੂਸ ਕੀਤਾ ਜਾਂਦਾ ਰਿਹਾ ਹੋਵੇ,
ਤਾਂ ਤੁਹਾਡੀਆਂ ਬਹੁਤ ਤੰਦਾਂ ਬਹੁਤ ਗੂੜੀਆਂ ਨੇ, ਤੇ ਜਿਹੜੀਆਂ ਉਹ ਗੂੜੀਆਂ ਤੰਦਾਂ ਨੇ ਜਦੋਂ ਸਾਈਂ ਮੀਆਂ ਮੀਰ ਲਾਹੌਰੋਂ ਬੁਲਾ ਕੇ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਜਾਂਦਾ ਹੈ, ਨੀਂਹ ਰਖਾਈ ਜਾਂਦੀ ਹੈ, ਇੱਟ ਰਖਾਈ ਜਾਂਦੀ ਹੈ, ਮਤਲਬ ਮਜ਼ਹਬੀ ਤੌਰ ਤੇ ਵੀ ਔਰ ਇਤਿਹਾਸਕ ਤੌਰ ਤੇ ਵੀ ਬਹੁਤ ਇੱਕ ਨੇੜਲਾ ਸੰਬੰਧ ਰਿਹਾ। ਹੁਣ ਲੋੜ ਵੀ ਪੈਦਾ ਹੋ ਗਈ, ਮਤਲਬ ਇੱਕ ਤਾਂ ਉਹ ਸਾਰਾ ਕੁਝ ਸੀਗਾ ਜਿਹਦੇ ਕਰਕੇ ਨਜਾਇਜ਼ ਹੋਇਆ, ਪਹਿਲਾਂ ਹੀ ਬਹੁਤ ਦੁਖਾਂਤ ਹੋਇਆ, ਲਾਹੌਰ ਪਿਛੜ ਗਿਆ, ਪੰਜਾਬ ਦੀ ਕਲਚਰਲ ਹੱਬ ਜਿਹੜੀ ਸੀ ਉਹ ਚਲੀ ਗਈ, ਬਾਕੀ ਫਿਰ ਸਭ ਕੁਝ ਨਵਾਂ ਇੱਥੇ ਆ ਕੇ ਬੁਣਨਾ ਪਿਆ। ਦੂਜੀ ਗੱਲ ਇਹ ਹੈ ਕਿ ਹੁਣ ਜਦੋਂ ਦੁਨੀਆ ਅੰਤਰਨਿਰਭਰ ਹੋ ਗਈ ਹੈ, ਦੁਨੀਆ ਦੇ ਬਾਰਡਰ ਮੋਕਲੇ ਹੋ ਰਹੇ ਨੇ, ਯੂਰਪ ਦੇ ਸਾਰੇ ਦੇਸ਼ਾਂ ਦੇ ਵਿੱਚ ਇੱਕ ਕਰੰਸੀ ਯੂਰੋ ਡਾਲਰ ਦੇ ਤੌਰ ਤੇ ਚੱਲੀ ਹੈ, ਇੱਕ ਦੇਸ਼ ਦਾ ਵੀਜ਼ਾ ਮਿਲ ਜੇ ਜਿਹੜੇ ਮਰਜ਼ੀ ਵੀਜ਼ੇ ਦੇਸ਼ ਦੇ ਵਿੱਚ ਜਾਇਆ ਜਾ ਸਕਦਾ ਹੈ, ਔਰ ਇੱਕ ਯੂਰਪੀਅਨ ਪਾਰਲੀਮੈਂਟ ਵੀ ਸਾਂਝੇ ਤੌਰ ਤੇ ਬਣ ਗਈ ਹੈ ਪੋਲੀਟੀਕਲ ਫੈਸਲੇ ਕਰਨ ਦੇ ਵਾਸਤੇ। ਦੁਨੀਆ ਉਸ ਪਾਸੇ ਵੱਲ ਜਾ ਰਹੀ, ਪਰ ਦੱਖਣੀ ਏਸ਼ੀਆ ਦੇ ਜਿਹੜੇ ਇਹ ਖਿੱਤੇ ਨੇ ਹਜੇ ਵੀ ਇੱਕ ਦੂਜੇ ਨਾਲ ਬਣਦੀ ਨਹੀਂ ਹੈ, ਅਜੇ ਵੀ ਅਸੀਂ ਲੜਾਈ ਦੇ ਫਰੰਟ ਤੇ ਖੜੇ ਹਾਂ। ਬਿਲਕੁਲ। ਤੇ ਪੂੰਜੀ ਦੇ ਵਾਸਤੇ ਤੁਸੀਂ ਇਹ ਕਹਿ ਰਹੇ ਹੋ ਕਿ ਖੁੱਲਾ ਕਰ ਦੋ ਦੇਸ਼, ਦੁਨੀਆ ਬੰਦਿਆਂ ਦੇ ਤੌਰ ਤੇ, ਮੁਹੱਬਤ ਦੇ ਤੌਰ ਤੇ ਤੁਸੀਂ ਕਹਿੰਦੇ ਹੋ ਕਿ ਅੜਚਣਾ ਕਾਇਮ ਰਹਿਣਗੀਆਂ। ਇਹ ਇੱਕ ਦੁਬੰਧ ਹੈ ਦੇਸ਼ ਤੇ ਦੁਨੀਆ ਦੇ ਵਿੱਚ ਕਿ ਤੁਸੀਂ ਦੋ ਧਾਰਾ ਤਰੀਕਾ ਨਹੀਂ ਚਲਾ ਸਕਦੇ, ਤੁਹਾਨੂੰ ਇੱਕ ਰਾਹ ਬਣਾਉਣੀ ਪਏਗੀ। ਹੁਣ ਆ ਰਹੀ ਹੈ ਸਪੈਸੀਫਿਕ ਗੱਲ, ਖਾਸ ਗੱਲ ਪੰਜਾਬ ਦੀ ਤੇ ਇਹਦੇ ਬਾਰਡਰ ਖੋਲਣ ਦਾ ਜਿਹੜਾ ਸਵਾਲ ਹੈ। ਇਹਦੇ ਬਾਰਡਰ ਖੋਲਣ ਦਾ ਸਵਾਲ ਇਹੀ ਹੈ ਕਿ ਇਦੋਂ ਪਹਿਲਾਂ ਪੁਰਾਣੇ ਜ਼ਮਾਨੇ ਸਾਡਾ ਟੋਟਲ ਵਪਾਰ ਜਿਹੜਾ ਸੀ ਉਹ ਇੱਧਰ ਇਰਾਕ, ਈਰਾਨ ਅੱਗੇ ਤੱਕ ਜਾਂਦਾ, ਕਿਉਂਕਿ ਸਾਡੇ ਕੋਲ ਸੜਕੀ ਰੂਟ ਹੈ, ਇਹ ਸੜਕ ਦਾ ਇੱਕ ਰੂਟ ਹੈ। ਔਰ ਜੇ ਗੁਰੂ ਨਾਨਕ ਸਾਹਿਬ ਦੀਆਂ ਯਾਤਰਾਵਾਂ ਵੀ ਆਪਾਂ ਦੇਖੀਏ ਤਾਂ ਉਹ ਸੜਕੀ ਰੂਟ ਜ਼ਿਆਦਾ ਹੈ, ਉਹ ਪੱਕੇ ਮੈਦਾਨੇ ਤੱਕ, ਮਦੀਨੇ ਤੱਕ ਬਾਬਾ ਚਲੇ ਗਏ ਤੇ ਆਲੇ ਦੁਆਲੇ ਗੁਰੂ ਨਾਨਕ ਸਾਹਿਬ ਦੀਆਂ ਜਿਹੜੀਆਂ ਉਦਾਸੀਆਂ ਨੇ ਉਹ ਵੱਡੇ ਪੱਧਰ ਤੇ ਪੂਰੇ ਖਿੱਤੇ ਦੇ ਵਿੱਚ ਦੀ ਹੋ ਕੇ ਜਾਂਦੀਆਂ ਨੇ। ਇਹਦਾ ਮਤਲਬ ਇੱਕ ਕਨੈਕਟ ਸਾਡਾ ਪੁਰਾਣੇ ਸਮੇਂ ਤੋਂ ਹੈ, ਕੋਈ ਐ ਨਹੀਂ ਕਿ ਨਵੇਂ ਸਮੇਂ ਤੋਂ ਜਾਂ ਹੁਣ ਹੋਇਆ, ਬਹੁਤ ਪੁਰਾਣੇ ਸਮੇਂ ਤੋਂ ਵਿਚਾਰਾਂ ਦਾ ਆਦਾਨ ਪ੍ਰਦਾਨ ਵੀ ਔਰ ਵਪਾਰ ਵੀ ਉਦੋਂ ਤੱਕ ਹੁੰਦਾ ਹੋਣਾ। ਆਮ ਤੌਰ ਤੇ ਜਿਹੜੇ ਉਧਰ ਨੂੰ ਹੀ ਜਾਇਆ ਜਾਂਦਾ ਹੈ ਨਾਰਮਲੀ, ਜਿੱਧਰ ਤੁਹਾਡੇ ਪਹਿਲਾਂ ਪੁਰਾਣੇ ਸੰਬੰਧ ਹੁੰਦੇ ਨੇ ਜਾ ਕੇ ਗੱਲ ਕਰਨ ਦੇ ਵਾਸਤੇ। ਹੁਣ ਜਦੋਂ ਇਦੋਂ ਬਾਅਦ ਹੋ ਗਿਆ, ਇਸ ਤੋਂ ਬਾਅਦ ਲਗਾਤਾਰ, ਕਿਉਂਕਿ ਸਾਡੇ ਕੋਲ ਕੋਈ ਸਮੁੰਦਰ ਨਹੀਂ, ਅਸੀਂ ਲੈਂਡ ਲੌਕਡ ਸਟੇਟ ਆ, ਕੋਈ ਸਮੁੰਦਰੀ ਬੰਦਰਗਾਹ ਨਹੀਂ। ਸਾਡਾ ਭਾਰਤ ਤੇ ਪਾਕਿਸਤਾਨ ਦਾ ਵਪਾਰ ਮੁੰਬਈ ਤੇ ਕਰਾਚੀ ਰਾਹੀਂ ਹੁੰਦਾ, ਉਹ ਬੰਦਰਗਾਹ ਹੈ ਜਿੱਥੋਂ ਵੀ ਜਾਂਦਾ ਹੈ, ਜਾਂ ਇਧਰੋਂ ਜਾਂ ਉਧਰੋਂ ਜਾਂਦਾ, ਉਹ ਵੀ ਬਹੁਤ ਲਿਮਟਿਡ ਹੁੰਦਾ, ਕੋਈ ਐ ਨਹੀਂ ਹੈ ਕਿ ਉਹ ਬਹੁਤ ਜ਼ਿਆਦਾ ਹੋ ਰਿਹਾ, ਜਿੰਨਾ ਹੋ ਸਕਦਾ ਸਾਡੇ ਦਰਮਿਆਨ। ਪਾਕਿਸਤਾਨ ਇਸੇ ਰੰਜਸ ਦੇ ਕਰਕੇ ਅਮਰੀਕਾ ਵਗੈਰਾ ਤੱਕ ਚਲਾ ਜਾਂਦਾ, ਉੱਥੋਂ ਮੰਗਵਾਉਂਦਾ ਚੀਜ਼ਾਂ ਜਿਹੜੀਆਂ ਸਾਡੇ ਉਹ ਲਿਆਂਦੀਆਂ ਜਾ ਸਕਦੀਆਂ। ਕ੍ਰੈਡਿਟ ਸੰਸਥਾ ਇੱਥੇ ਚੰਡੀਗੜ੍ਹ ਦੇ ਵਿੱਚ, ਜਿਹਨੇ ਲਗਭਗ 15 ਸਾਲ ਪਹਿਲਾਂ ਇੱਕ ਅਧਿਐਨ ਕੀਤਾ ਸੀ, ਉਹਨਾਂ ਦਾ ਕਹਿਣਾ ਸੀ ਕਿ ਇੱਕ ਕਪਾਹ ਦੀ ਗੰਢ ਜੇਕਰ ਇੱਥੋਂ ਬਠਿੰਡੇ ਤੋਂ ਪਾਕਿਸਤਾਨ ਜਾਂਦੀ ਹੈ ਪਰ ਉਹ ਬਾਇਆ ਕਰਾਚੀ ਜਾਂਦੀ ਹੈ ਤਾਂ 1800 ਰੁਪਏ ਕੇਵਲ ਟਰਾਂਸਪੋਰਟ ਦਾ ਵਾਧੂ ਕਿਰਾਇਆ ਪੈਂਦਾ ਉਸ ਸਮੇਂ, ਜਦੋਂ ਤੇਲ ਦੀ ਕੀਮਤ ਦੇਖ ਲਓ, ਬਾਕੀ ਚੀਜ਼ਾਂ ਦੇਖ ਲਓ, ਹੁਣ ਦੀ ਮਹਿੰਗਾਈ ਦੇ ਲਿਹਾਜ਼ ਨਾਲ ਤਾਂ ਬਹੁਤ ਵੱਧ ਗਿਆ ਹੋਣਾ ਹੋ ਰਿਹਾ। ਮਤਲਬ ਕਪਾਹ ਦਾ ਰੇਟ ਉਹੀ ਹੈ ਪਰ ਕੇਵਲ ਟਰਾਂਸਪੋਰਟੇਸ਼ਨ, ਜੇ ਬਠਿੰਡੇ ਤੋਂ ਕਸੂਰ ਜਾਂ ਬਠਿੰਡੇ ਤੋਂ ਬੜੇ ਕੋਲ ਨੇੜੇ ਲਾਹੌਰ ਲਿਜਾਣਾ ਹੋਵੇ ਤਾਂ ਕਿੰਨਾ ਬਚਤ ਰਹਿੰਦੀ ਹੈ ਇੱਧਰ ਵੀ ਉਧਰ ਵੀ, ਕਿਉਂਕਿ ਜੇ ਖਪਤਕਾਰ ਤੱਕ ਜਾਊਗੀ ਇੰਨਾ ਕਾਸਟ ਉਹਦੇ ਚ ਜੁੜ ਜਾਊਗੀ ਤਾਂ ਉਹਨੂੰ ਵੀ ਮਹਿੰਗਾ ਮਿਲੂਗਾ, ਤੇ ਜਿਹੜਾ ਪ੍ਰੋਡਿਊਸਰ ਹੈ ਉਹਨੂੰ ਵੀ ਪੂਰਾ ਨਹੀਂ ਮਿਲੂਗਾ, ਜਿਹੜਾ ਉਤਪਾਦਕ ਹੈ ਉਹਨੂੰ ਪੂਰਾ ਮਿਲ ਨਹੀਂ ਸਕਦਾ। ਇਸ ਕਰਕੇ ਜਿਹੜੇ ਆਦਾਨ ਪ੍ਰਦਾਨ ਨੇ ਆਪਸੀ, ਜਿਹੜੇ ਕੇਵਲ ਮਤਲਬ ਨਾਰਮਲੀ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਪ੍ਰੀਤਨਗਰ ਵਸਾਇਆ ਸੀ, ਸ਼ਾਇਦ ਉਹ ਆਜ਼ਾਦੀ ਤੋਂ ਪਹਿਲਾਂ ਇਸ ਦਿਮਾਗ 'ਚ ਇੱਕ ਸੁਪਨਾ ਸੀ ਕਿ ਜਿਹੜੇ ਵੱਡੇ ਕਲਾਕਾਰ ਨੇ, ਵੱਡੇ ਕਵੀ ਨੇ, ਲੇਖਕ ਨੇ, ਉਹ ਲਾਹੌਰ ਤੇ ਅੰਮ੍ਰਿਤਸਰ ਤੋਂ ਆਇਆ ਕਰਨਗੇ, ਇਹ ਵਿਚਾਲੇ ਆ, ਇੱਕ ਵਿਚਾਲੇ ਸੈਂਟਰ ਬਣ ਜਾਊਗਾ, ਇੱਥੇ ਆਪਸੀ ਸਾਹਿਤਕ ਗੱਲਾਂ ਕਰਿਆ ਕਰਨਗੇ, ਇੱਥੇ ਚਾਹ ਪਾਣੀ ਕੌਫੀ ਪੀ ਕੇ ਵਾਪਸ ਚਲੇ ਜਾਇਆ ਕਰਨਗੇ ਤੇ ਇੱਕ ਸੈਂਟਰ ਬਣ ਜਾਊਗਾ। ਪਰ 47 ਨੇ ਉਹ ਇੱਕ ਸੁਪਨਾ ਵੀ ਉਜਾੜਤਾ ਕਿਉਂਕਿ ਬਾਰਡਰ ਹੋ ਗਿਆ ਇਸ ਪੱਧਰ ਦੇ ਉੱਤੇ। ਇਸ ਕਰਕੇ ਇੱਕ ਤਾਂ ਇਹ ਜਿਹੜੀ ਲੋੜ ਹੈ ਇਹ ਬਹੁਤ ਜ਼ਿਆਦਾ ਲੋੜ ਹੈ, ਜੇ ਆਦਾਨ ਪ੍ਰਦਾਨ ਦੀ ਲੋੜ ਹੈ, ਦੋਨੇ ਦੇਸ਼ਾਂ 'ਚ ਦੱਖਣੀ ਏਸ਼ੀਆ ਦੇ ਵਿੱਚ ਵਪਾਰ ਵਧਾਉਣ ਦੀ ਲੋੜ ਹੈ, ਤਾਂ ਵਪਾਰ ਦੇ ਮਤਲਬ ਖੇਤੀ ਦਾ ਵੀ ਉਸੇ ਤਰੀਕੇ ਦੇ ਨਾਲ ਫਸਲਾਂ ਵੇਚਣ ਦੀ ਲੋੜ ਹੈ, ਤਾਂ ਫਿਰ ਕੀ ਹੋਏਗਾ, ਤਾਂ ਤੁਸੀਂ ਉਹ ਆਪਸ਼ਨ ਚੁਣਦੇ ਹੋ ਜਿੱਥੇ ਖਰਚਾ ਘੱਟ ਆਏ, ਜਿੱਥੇ ਫਾਇਦਾ ਜ਼ਿਆਦਾ ਹੋ ਸਕੇ ਦੋਨਾਂ ਨੂੰ, ਉਹੀ ਵਪਾਰ ਚੱਲ ਸਕਦਾ ਹੁੰਦਾ, ਉਹੀ ਧੰਦਾ ਆਪਸ ਦੇ ਵਿੱਚ ਆਦਾਨ ਪ੍ਰਦਾਨ ਚੱਲ ਸਕਦਾ।
ਜਿਹੜਾ ਬਹੁਤ ਕੋਸਟ ਵਧਾ ਦੇ, ਲਾਗਤ ਵਧਾ ਦੇ, ਉਹ ਚੱਲ ਨਹੀਂ ਸਕਦਾ। ਇਸੇ ਕਰਕੇ ਹੁਣ ਇੱਕ ਇੰਟਰਸਟ ਬਣ ਗਿਆ ਮੇਰਾ ਖਿਆਲ ਹੈ, ਜਿਹੜੀ ਲੌਬੀ ਹੈ, ਜਿਹੜੀ ਗੁਜਰਾਤ ਦੀ ਲੌਬੀ ਹੈ, ਮੁੰਬਈ ਦੀ ਲੌਬੀ ਹੈ, ਉਧਰ ਪਾਕਿਸਤਾਨ ਚ ਕਰਾਚੀ ਦੀ ਲੌਬੀ ਹੈ, ਜਾਂ ਬਾਕੀ ਜਿਹੜੇ ਵੱਡੇ, ਕਿਉਂਕਿ ਵੱਡੇ ਕਾਰਪੋਰੇਟ ਉਹਨਾਂ ਥਾਵਾਂ ਤੇ ਰਹਿ ਰਹੇ, ਉਹ ਜਦੋਂ ਵੀ ਫਿਰ ਇਹ ਬਾਰਡਰ ਖੁੱਲਣ ਦੀ ਗੱਲ ਆਉਂਦੀ ਹੈ ਇੱਧਰ ਪੰਜਾਬ ਦੇ ਮਾਮਲੇ 'ਚ ਜਾਂ ਬਾਕੀ ਤਾਂ ਉਹਦੇ 'ਚ ਬਹੁਤ ਜ਼ਿਆਦਾ ਕੋਈ ਨਾ ਕੋਈ ਇਹੋ ਜਿਹਾ ਅੜਿੱਕਾ ਢਾਹ ਦਿੱਤਾ ਜਾਂਦਾ। ਕਦੇ 5 ਫੌਜੀਆਂ ਦੇ ਸਿਰ ਲਾਹ ਲੈ ਜਾਂਦੇ ਨੇ, ਕਦੇ ਕੋਈ ਹੋਰ ਵੱਡੀ ਗੋਲਾਬਾਰੀ ਕਰਾ ਦਿੱਤੀ ਜਾਂਦੀ ਹੈ, ਤਾਂ ਕਿ ਉਹ ਚੱਲਦਾ ਕੰਮ ਰੁਕ ਜੇ। ਇੱਕ ਸਮੇਂ ਕਈ ਸਾਲ ਪਹਿਲਾਂ ਜਦੋਂ 65 ਸਾਲ ਤੋਂ ਉੱਪਰ ਤੇ 12 ਸਾਲ ਤੱਕ ਦੇ ਬੱਚਿਆਂ ਦਾ ਵੀਜ਼ਾ ਉੱਥੇ ਬਾਰਡਰ ਤੇ ਮੋਹਰ ਲੱਗ ਕੇ ਜਾ ਸਕਦੇ ਸੀ, ਕੋਈ ਇਹ ਨਹੀਂ, ਇਹ ਜਦੋਂ ਫੈਸਲਾ ਹੋਇਆ ਤਾਂ ਉਸੇ ਦਿਨ ਇਹ 5 ਸਿਰਾਂ ਵਾਲਾ ਮਾਮਲਾ ਆਇਆ ਸੀ, ਸੇਮ ਡੇ। 2 ਬੰਦੇ ਇੱਥੋਂ ਨਿਕਲੇ ਸੀ ਆਪਣੀ ਸਾਈਡ ਤੋਂ ਵੀ ਚਲੋ ਉਸ ਪਾਸੇ ਵੱਲ ਜਾਣ, ਤੇ ਉਹ ਵੀ ਉਦੋਂ ਬਾਅਦ ਬੰਦ ਹੋ ਗਿਆ ਸਾਰਾ ਕੰਮ। ਇਹਦੇ ਲਈ ਇਹ ਦੇਖਿਆ ਜਾਂਦਾ ਕਿ ਕਿਤੇ ਨਾ ਕਿਤੇ ਜਿਹੜਾ ਪ੍ਰੋਫਿਟ ਹੈ ਕਾਰਪੋਰੇਟ ਦਾ, ਉਹਦੀ ਸਾਜ਼ਿਸ਼ ਵੀ ਹੈ ਕਿ ਜੇ ਇਹ ਖਿੱਤਾ ਇਸ ਤਰ੍ਹਾਂ ਨਾਲ ਖੁੱਲਦਾ ਤਾਂ ਇਹ ਬਹੁਤ ਜ਼ਿਆਦਾ ਸੌਖਾ ਹੋ ਜਾਊ। ਦੂਜਾ ਮੈਨੂੰ ਇਹ ਲੱਗੀ ਜਾਂਦਾ ਕਿ ਸਾਡਾ ਸਿਆਸਤਦਾਨ ਜਿਹੜਾ ਕੇਵਲ ਵੋਟ ਬੈਂਕ ਤੋਂ ਚੱਲਦਾ ਹੈ, ਪਾਕਿਸਤਾਨ ਦਾ ਵੀ ਤੇ ਹਿੰਦੁਸਤਾਨ ਦਾ, ਦੋਨੋਂ ਇਸ ਇਸ਼ੂ ਨੂੰ ਉਭਾਰ ਕੇ ਪਾਕਿਸਤਾਨ ਨਫ਼ਰਤ ਨੂੰ, ਪਾਕਿਸਤਾਨ ਨਾਲ ਮਤਲਬ ਲੜਾਈਆਂ ਨੂੰ, ਉਧਰ ਪਾਕਿਸਤਾਨ ਇਧਰ ਹਿੰਦੁਸਤਾਨ ਦੇ ਮੁਕਾਬਲੇ ਆਪਣੀ ਵੋਟ ਲੈਣਾ ਚਾਹੁੰਦਾ ਹੈ, ਬਹੁਤ ਗਿਣਤੀ ਦੀ ਵੋਟ ਕਿਸੇ ਨਾ ਕਿਸੇ। ਔਰ ਜਦੋਂ ਤੁਸੀਂ ਪੁਲਵਾਮਾ ਦੀ ਗੱਲ ਕਰਦੇ ਹੋ, ਜਦੋਂ ਤੁਸੀਂ ਪਾਕਿਸਤਾਨ ਨਾਲ ਦੁਸ਼ਮਣੀ ਦੀ ਗੱਲ ਕਰਦੇ ਹੋ, ਤਾਂ ਜਿਹੜੀ ਹਿੰਦੂਤਵ ਦੀ ਇੱਕ ਪੋਲਿਟਿਕਸ ਹੈ ਉਹ ਉੱਭਰਦੀ ਹੈ ਬੜੇ ਵੱਡੇ ਪੱਧਰ ਤੇ, ਇੱਕ ਸੈਂਟੀਮੈਂਟ ਉੱਭਰਦਾ, ਇੱਕ ਮਾਨਸਿਕਤਾ ਉੱਭਰੀ ਜਾਂਦੀ ਹੈ। ਉਹ ਮਾਨਸਿਕਤਾ ਹੀ ਇਹ ਗੱਲ ਕਰਦੀ ਹੈ ਕਿ ਜਦੋਂ ਫਿਰ ਕ੍ਰਿਕਟ ਦਾ ਗੇਮ ਵੀ ਹੁੰਦੀ ਹੈ, ਖੇਡ ਰਹੇ ਹੋ ਤੁਸੀਂ ਖੇਡ, ਪਰ ਜਦ ਮਾੜਾ ਮੋਟਾ ਇੱਧਰ ਉੱਧਰ ਹੋ ਜਾਂਦਾ ਤਾਂ ਤੁਸੀਂ ਦੇਸ਼ ਧਰੋਈਆਂ ਦੇ ਪਰਚੇ ਦਰਜ ਕਰਦੇ ਹੋ। ਜਿਹੜਾ ਚੰਗੀ ਖੇਡ ਨੂੰ ਵੀ ਸ਼ਾਬਾਸ਼ ਦਿੰਦਾ ਹੈ, ਉਹ ਕਿਸੇ ਦੀ ਵੀ ਹੋਵੇ, ਤੁਸੀਂ ਇਹ ਵੀ ਕਰ ਦਿੰਦੇ ਹੋ। ਔਰ ਇਹ ਜਿਹੜਾ ਇੱਕ ਮਾਹੌਲ ਹੈ, ਇੱਕ ਵਾਤਾਵਰਨ ਇਹੋ ਜਿਹਾ ਬਣਾਇਆ ਜਾ ਰਿਹਾ ਹੈ, ਇਹ ਵੰਡ ਵੀ ਪੋਲੀਟੀਕਲ ਦਿਲਚਸਪੀ ਚੋਂ ਹੋਈ, ਤੇ ਹੁਣ ਦਾ ਵਾਤਾਵਰਨ ਵੀ ਪੋਲੀਟੀਕਲ ਸਵਾਰਥ ਚੋਂ ਬਣਾਇਆ ਜਾ ਰਿਹਾ। ਵਰਨਾ ਤਾਂ 550 ਸਾਲਾ ਗੁਰੂ ਨਾਨਕ ਸਾਹਿਬ ਦਾ ਜਦੋਂ ਗਿਆ ਪਿਛਲੇ ਸਾਲ, ਉਦੋਂ ਕਰਤਾਰਪੁਰ ਸਾਹਿਬ ਲਾਂਘਾ ਖੁੱਲ ਗਿਆ, ਔਰ ਕਿੰਨੇ ਲੋਕਾਂ ਨੇ ਚੰਗਾ ਕਿਹਾ ਉਹਨੂੰ, ਮਤਲਬ ਜਿਹੜੇ ਰਾਹ 'ਚ ਰੋੜਾ ਅਟਕਾਉਂਦੇ ਸੀ, ਖਾਸ ਤੌਰ ਤੇ ਪੰਜਾਬੀ ਸਿੱਖ ਜਾਂ ਗੁਰੂ ਨਾਨਕ ਨਾਮ ਦੇ ਹੋਰ ਵੀ ਨੇ, ਪੰਜਾਬੀ ਔਰ ਸਿੱਖਾਂ ਤੋਂ ਇਲਾਵਾ ਵੀ ਸਿੰਧੀ ਵੀ ਨੇ, ਹੋਰ ਬਹੁਤ ਲੋਕ ਨੇ ਜਿਹੜੇ ਇਸ ਤੋਂ ਬਾਹਰ ਵੀ, ਜਿਹੜੇ ਇਹ ਸਮਝਦੇ ਨੇ ਕਿ ਗੁਰੂ ਨਾਨਕ ਸਾਹਿਬ ਵੱਡੇ ਪੈਗੰਬਰ ਨੇ ਉਸ ਲੈਵਲ ਤੇ। ਉਹਨਾਂ ਦਾ ਇੱਕ ਪ੍ਰੈਸ਼ਰ ਪਿਆ, ਉਹਨਾਂ ਨੇ ਉਹ ਸਾਰੀ ਫਿਰਕੂ ਗੱਲ ਨੂੰ ਕਾਊਂਟਰ ਕੀਤਾ ਜਦੋਂ ਉਭਾਰਿਆ ਜਾ ਰਿਹਾ ਸੀ। ਜੇ ਨਵਜੋਤ ਸਿੱਧੂ ਵਾਲੀ ਵੀ ਗੱਲ ਕਹੋ ਕਿ ਜੀ ਅੱਜ ਵੀ ਅਮਰਿੰਦਰ ਸਿੰਘ ਕਹਿ ਰਿਹਾ ਕਿ ਜੀ ਉਹਨੇ ਜੱਫੀ ਪਾ ਲਈ ਜਨਰਲ ਬਾਜਵਾ ਨੂੰ ਜਾਂ ਇਮਰਾਨ ਦੇ ਗਿਆ, ਪਰ ਲੋਕਾਂ ਨੇ ਉਸ ਸਮੇਂ ਨਵਜੋਤ ਸਿੱਧੂ ਦੇ ਪੱਖ 'ਚ ਸਟੈਂਡ ਲਿਆ। ਇਹਨਾਂ ਲੋਕਾਂ ਨੇ, ਸਾਰਿਆਂ ਨੇ, ਜਿਹੜੇ ਇਹ ਚਾਹੁੰਦੇ ਸੀ ਬਾਰਡਰ ਖੁੱਲ੍ਹੋ, ਅਮਰਿੰਦਰ ਜਾਂ ਬਾਕੀ ਮੋਦੀ ਜਾਂ ਬਾਕੀ ਦੇ ਪੱਖ 'ਚ ਨਹੀਂ ਲਿਆ ਸਟੈਂਡ ਉਸ ਸਮੇਂ। ਪਰ ਜਦ ਹੁਣ ਦੁਬਾਰਾ ਉਹੀ ਗੱਲਾਂ ਤੇ ਖਾਮੋਸ਼ੀ ਆ ਗਈ, ਹੁਣ ਦੁਬਾਰਾ ਤੁਸੀਂ ਉਹੀ ਗੱਲ ਕਹਿ ਰਹੇ ਹੋ, ਇਹਦਾ ਮਤਲਬ ਲੋਕਾਂ ਦਾ ਸੈਂਟੀਮੈਂਟ ਹੋਰ ਹੈ ਇੱਧਰਲੇ ਖਿੱਤਿਆਂ। ਬਾਕੀ ਦੇ ਲੋਕਾਂ ਨੂੰ ਤੁਸੀਂ ਸੱਚਾਈ ਦੱਸਣ ਦੀ ਬਜਾਏ ਗੁੰਮਰਾਹ ਕਰ ਰਹੇ ਹੋ, ਉਹਨਾਂ ਦੀ ਵੋਟ ਤੁਸੀਂ ਲੈ ਰਹੇ ਹੋ ਇਸ ਸਾਰੀ ਗੱਲ ਦੇ ਨਾਂ ਤੇ। ਔਰ ਜਿਹੜਾ ਸੁਰੱਖਿਆ ਦਾ ਮੁੱਦਾ ਬਿਨਾਂ ਮਤਲਬ ਉਭਾਰਿਆ ਜਾ ਰਿਹਾ, ਹਾਲਾਂਕਿ ਅੱਜ ਦੀ ਸੁਰੱਖਿਆ ਦੀ ਪਰਿਭਾਸ਼ਾ ਹੀ ਬਦਲ ਗਈ ਹੈ। ਸੁਰੱਖਿਆ ਹੁਣ ਬਾਰਡਰਾਂ ਤੇ ਲੜਾਈ ਦੀ ਸੁਰੱਖਿਆ ਨਹੀਂ ਰਹੀ, ਸੁਰੱਖਿਆ ਹੁਣ ਮਤਲਬ ਪਰਮਾਣੂ ਬੰਬਾਂ ਦੇ ਨਾਲ ਜੁੜ ਕੇ ਦੇਖੀ ਜਾਣੀ ਚਾਹੀਦੀ ਹੈ। ਔਰ ਜੇ ਕਿਹਾ ਜਾਂਦਾ ਕਿ ਦੁਨੀਆ 'ਚ ਇਹ ਸਾਡੇ ਜਿਹੜੇ 9 ਮੁਲਕ ਨੇ ਜਿਨ੍ਹਾਂ ਕੋਲ ਪਰਮਾਣੂ ਬੰਬ ਹੈ, ਜਿਹਦੇ 'ਚ ਭਾਰਤ ਤੇ ਪਾਕਿਸਤਾਨ ਵੀ ਨੇ, ਜੇ ਹੁਣ ਜੰਗ ਲੱਗਦੀ ਹੈ ਤਾਂ ਹੋ ਸਕਦਾ ਦੋਨੋਂ ਦੇਸ਼ਾਂ ਦਾ ਵਜੂਦ ਖਤਮ ਹੋ ਜੇ ਤੇ ਬਾਕੀ ਤਾਂ ਲੜਾਈ ਦਾ ਮਾਮਲਾ ਹੀ ਨਹੀਂ ਬਚੂਗਾ ਉਸ ਪੱਧਰ ਦੇ ਉੱਤੇ। ਤੇ ਇੱਕ ਗੱਲ ਇਹ ਵੀ ਹੈ ਕਿ 1945 ਤੋਂ ਬਾਅਦ ਲੜਾਈਆਂ ਦਾ ਰੁਖ ਬਦਲ ਗਿਆ। ਦੂਜੀ ਸੰਸਾਰ ਜੰਗ ਤੋਂ ਬਾਅਦ ਜੰਗ ਕਿਉਂ ਨਹੀਂ ਲੱਗੀ ਵੱਡੀ? ਕਿਉਂਕਿ ਯੂਰਪ ਨੇ ਤਾਂ ਆਪਸੀ ਲੜਾਈ ਵੈਸੇ ਹੀ ਬੰਦ ਕਰਤੀ, ਬਾਰਡਰ ਤੇ ਇੱਕ ਵੀ ਗੋਲੀ ਨਹੀਂ ਚੱਲੀ। ਤੇ ਇਹਦੇ ਤੋਂ ਇਲਾਵਾ ਵੀ ਜਿਹੜੇ ਬਾਕੀ ਦੇ ਦੇਸ਼ ਨੇ, ਉਹਨਾਂ ਨੇ ਵੀ ਇਹ ਫੈਸਲਾ ਕਰ ਲਿਆ, ਜਿਹੜੇ ਬੰਦਿਆਂ ਨੇ ਟਰਾਈ ਕੀਤੀ, ਜਿਹੜੇ ਦੇਸ਼ਾਂ ਨੇ, ਅਮਰੀਕਾ ਨੇ ਟਰਾਈ ਕੀਤੀ ਇਰਾਕ ਤੇ ਕਬਜ਼ਾ ਕਰਨ ਦੀ ਤੇ ਅਫਗਾਨਿਸਤਾਨ ਤੇ, ਦੋਨੋਂ ਦੇਸ਼ਾਂ 'ਚੋਂ ਉਹ ਫੌਜ ਮਿੰਨਤਾਂ ਤਰਲੇ ਕਰਕੇ ਵਾਪਸ ਲੈ ਕੇ ਜਾਂਦਾ ਰਿਹਾ, ਕਿਉਂਕਿ ਜਿੱਡਾ ਵੱਡਾ ਉਹਨਾਂ ਦਾ ਨੁਕਸਾਨ ਹੋ ਗਿਆ। ਜੋਸਫ ਸਟਿਗਲਿਟਸ ਇੱਕ ਵੱਡੇ ਰਾਈਟਰ ਨੇ, ਵੱਡੇ ਨੋਬਲ ਪ੍ਰਾਈਜ਼ ਅਰਥ ਸ਼ਾਸਤਰੀ ਨੇ, ਵਿਨਰ, ਉਹਨਾਂ ਨੇ ਲਿਖਿਆ ਸੀ ਇਰਾਕ 'ਚ $3 ਟ੍ਰਿਲੀਅਨ ਵਾਰ, $3 ਖਰਬ ਖਰਚ ਹੋਇਆ ਉਸ ਜੰਗ ਦੇ ਉੱਤੇ, ਤੇ ਉਹ ਕੰਗਾਲੀ ਆ ਜਾਂਦੀ ਹੈ। ਜਿਵੇਂ ਕਿਹਾ ਜਾਂਦਾ ਕਿ ਬਰਤਾਨੀਆ, ਜਿਹਦਾ ਸੂਰਜ ਨਹੀਂ ਸੀ ਛਿਪਦਾ ਦੁਨੀਆ ਦੇ ਵਿੱਚ,
ਦੂਜੀ ਸੰਸਾਰ ਜੰਗ ਨੇ ਉਹਨੂੰ ਇੰਨਾ ਕਮਜ਼ੋਰ ਕਰਤਾ ਸੀ ਕਿ ਉਹ ਆਪਣਾ ਦੇਸ਼ ਸਾਂਭਣ ਜੋਗਾ ਨਹੀਂ ਰਿਹਾ। ਇਸੇ ਕਰਕੇ ਭਾਰਤ ਵਰਗੇ ਹੋਰ ਕਿੰਨੇ ਦੇਸ਼ਾਂ ਨੂੰ ਆਜ਼ਾਦੀ ਮਿਲੀ, ਉਹਦੇ ਚ ਉਹ ਗੱਲ ਦਾ ਵੀ ਬੜਾ ਵੱਡਾ ਯੋਗਦਾਨ ਸੀ। ਇਹੀ ਹਾਲ ਹੁਣ ਅਮਰੀਕਾ ਨਾਲ ਹੋ ਰਿਹਾ। ਅਮਰੀਕਾ ਚਾਈਨਾ ਤੇ ਬਾਕੀ ਲੋਕਾਂ ਤੋਂ ਝਿਜਕਣ ਲੱਗ ਗਿਆ। ਉਹਦੇ ਤੇ ਜੋ ਕਰਜ਼ੇ ਨੇ ਜਾਂ ਉਹ ਸਾਰੇ ਮਾਮਲੇ ਨੇ ਉਸ ਪਾਸੇ ਦਿਖਾਈ ਦੇਣ ਲੱਗ ਗਏ। ਅਫਗਾਨਿਸਤਾਨ ਚੋਂ ਵੀ ਫੌਜਾਂ ਵਾਪਸ ਲੈ ਗਿਆ, ਕਿਉਂਕਿ ਅਫਗਾਨਿਸਤਾਨ ਦੇ ਵਿੱਚ ਵੀ ਅਮਰੀਕਾ ਦੀ ਕਿਰਕਰੀ ਵੀ ਹੋ ਰਹੀ ਹੈ ਕਿ ਤੁਸੀਂ ਤਾਲਿਬਾਨਾਂ ਨੂੰ ਹੁਣ ਦੇਖ ਕੇ ਇਸ ਤਰੀਕੇ ਨਾਲ ਚੁੱਪ ਚਪੀਤੇ ਚਲੇ ਗਏ ਹੋ, ਤੇ ਜਦ ਤੱਕ ਕੋਈ ਸਾਰਾ ਫੈਸਲਾ ਲੋਕਾਂ ਦੇ ਸਾਹਮਣੇ ਪਾਰਦਰਸ਼ੀ ਹੋਣਾ ਚਾਹੀਦਾ ਸੀ। ਇਹ ਵੱਡੇ ਸਵਾਲ ਨੇ ਜਿਹੜੇ ਕੂਟਨੀਤੀ ਦੇ ਵੀ ਨੇ, ਜਿਹੜੇ ਫੋਰਨ ਅਫੇਅਰਸ ਦੇ ਵੀ ਨੇ, ਉਹਨਾਂ ਦੇ ਡਾਇਰੈਕਸ਼ਨ ਦੇ ਵਿੱਚ ਦੇਖਣਾ ਪਏਗਾ। ਜੇ ਬਾਕੀ ਜਗ੍ਹਾ ਨਹੀਂ ਠੀਕ ਰਿਹਾ ਤਾਂ ਸਾਡੀ ਲੜਾਈ ਕਿਵੇਂ ਠੀਕ ਰਹੂਗੀ। ਇਸ ਲਈ ਸਾਡੇ ਪੱਖ 'ਚ ਇੱਕੋ ਇੱਕ ਗੱਲ ਜਾਂਦੀ ਹੈ ਕਿ ਦੋਨੋਂ ਦੇਸ਼ਾਂ ਦੀਆਂ ਗੌਰਮੈਂਟਾਂ ਬੈਠਣ, ਦੋਨੋਂ ਦੇਸ਼ਾਂ ਦੀਆਂ ਗੌਰਮੈਂਟਾਂ ਬਾਰਡਰ ਖੋਲਣ, ਬਾਰਡਰ ਖੋਲ ਕੇ ਇਹਦੇ ਨਾਲ ਖੇਤੀ ਵੀ ਪ੍ਰਫੁੱਲਤ ਹੋਏਗੀ, ਮਾਰਕੀਟ ਮਿਲੇਗੀ ਇੱਕ ਦੂਜੇ ਨੂੰ। ਜਿਹੜੀਆਂ ਚੀਜ਼ਾਂ ਸਾਡੇ ਪੈਦਾ ਹੁੰਦੀਆਂ ਨੇ ਉਹ ਉਧਰ ਵਿਕਣਗੀਆਂ ਨੇੜੇ, ਜਿਹੜੀਆਂ ਉਧਰ ਕੋਈ ਚੀਜ਼ਾਂ ਪੈਦਾ ਹੁੰਦੀਆਂ ਨੇ ਇੱਧਰ ਵਿਕਣਗੀਆਂ। ਖੇਤੀ ਦਾ ਸਵਾਲ ਹੈ, ਜਿੰਨਾ ਆਟੋਮੋਬਾਈਲ ਹੈ ਟੋਟਲ ਪਾਕਿਸਤਾਨ ਚ ਅਮਰੀਕਾ ਤੋਂ ਆਉਂਦਾ ਜ਼ਿਆਦਾ ਬਾਕੀ ਦੇਸ਼ਾਂ ਤੋਂ। ਸਾਡੇ ਆਟੋਮੋਬਾਈਲ ਇੰਡਸਟਰੀ ਲੁਧਿਆਣੇ ਤੋਂ ਲੈ ਕੇ ਲੁਧਿਆਣੇ ਦੇ ਵਿੱਚ ਕਾਫੀ ਮਹੱਤਵਪੂਰਨ ਮੰਨੀ ਜਾਂਦੀ ਹੈ। ਟੈਕਸਟਾਈਲ ਇੰਡਸਟਰੀ ਸਾਡੇ ਮੰਨੀ ਜਾਂਦੀ ਹੈ। ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਅਸੀਂ ਆਦਾਨ ਪ੍ਰਦਾਨ ਬੜੇ ਠੀਕ ਤਰੀਕੇ ਨਾਲ ਕਰ ਸਕਦੇ। ਜੀ ਬਿਲਕੁਲ। ਹਾਂ ਹਮੀਰ ਸਿੰਘ ਜੀ, ਮੈਂ ਸਵਾਲ ਇਸੇ ਤੇ ਲੈ ਕੇ ਆਉਣਾ ਸੀਗਾ ਕਿ ਕੀ ਜਿਵੇਂ ਹੁਣ ਕਿਸਾਨ ਹੋ ਗਏ ਜਾਂ ਕਈ ਸਮਾਜ ਸੇਵੀ ਹੋ ਗਏ, ਉਹ ਇਸ ਮਸਲੇ ਨੂੰ ਉਭਾਲਦੇ ਨੇ ਕਿ ਬਾਰਡਰ ਖੁੱਲਣ ਦੇ ਨਾਲ ਕਿਸ ਤਰ੍ਹਾਂ ਕਿਸਾਨੀ ਨੂੰ ਫਾਇਦਾ ਹੋਣਾ ਹੈ, ਵਪਾਰੀਆਂ ਨੂੰ ਫਾਇਦਾ ਹੋਣਾ ਹੈ, ਟਰਾਂਸਪੋਰਟੇਸ਼ਨ ਦਾ ਫਾਇਦਾ ਹੋਣਾ ਹੈ। ਮਤਲਬ ਕਿ ਇਹ ਵਪਾਰੀਆਂ ਨੂੰ ਤੇ ਟਰਾਂਸਪੋਰਟ ਵਾਲਿਆਂ ਨੂੰ ਵੀ ਇਸ ਮੁੱਦੇ ਨੂੰ ਉਭਾਰਨਾ ਚਾਹੀਦਾ। ਉਹਨਾਂ ਦਾ ਫਾਇਦਾ ਕਿਸ ਪੱਧਰ ਤੇ ਹੈ, ਕਿਸ ਤਰ੍ਹਾਂ ਉੱਥੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਜਿਹੜੀਆਂ ਸਰਕਾਰਾਂ ਮਤਲਬ ਕਿ ਰੁਜ਼ਗਾਰ ਤੋਂ ਪਾਸਾ ਵੱਟ ਜਾਂਦੀਆਂ, ਲਾਰਿਆਂ ਤੱਕ ਸੀਮਿਤ ਰਹਿ ਜਾਂਦੀਆਂ, ਤਾਂ ਉਹਨਾਂ ਨੂੰ ਆਪਣੀ ਇਹ ਮੰਗ ਨੂੰ ਉਭਾਰਨਾ ਚਾਹੀਦਾ, ਕੇਂਦਰ ਤੱਕ ਚੁੱਕਣਾ ਚਾਹੀਦਾ। ਕਿਉਂਕਿ ਜੇ ਉਹ ਹਿੰਦੂਤਵਾ ਦਾ ਪੱਤਾ ਇੱਥੇ ਖੇਡਦੇ ਨੇ ਤਾਂ ਬਹੁਤ ਗਿਣਤੀ ਹਿੰਦੂ ਪਰਿਵਾਰ ਜਿਹੜੇ ਨੇ ਉਹ ਵਪਾਰ ਦੇ ਵਿੱਚ ਨੇ, ਉਹ ਇਸ ਨੂੰ ਉਸ ਪੱਧਰ ਤੱਕ ਲੈ ਕੇ ਜਾ ਸਕਦੇ ਨੇ। ਨਹੀਂ ਨਹੀਂ, ਬਿਲਕੁਲ ਲਿਜਾਣਾ ਹੀ ਚਾਹੀਦਾ ਹੁੰਦਾ। ਸਗੋਂ ਤੁਸੀਂ ਦੇਖੋ, ਜਦੋਂ ਕਰੋਨਾ ਦੇ ਨਾਂ ਤੇ ਬਾਰਡਰ ਬੰਦ ਕਰਤੇ, ਕਿਹਾ ਜਾਂਦਾ ਕਿ ਅੰਮ੍ਰਿਤਸਰ ਦੇ ਨੇੜੇ ਦੇ 15,000 ਬੰਦੇ ਬੇਰੁਜ਼ਗਾਰ ਹੋ ਗਏ ਨੇ। ਉਹਨਾਂ ਚ ਕੁਲੀ ਵੀ ਨੇ ਉੱਥੇ ਦੇ, ਉਹਨਾਂ ਚ ਟਰੱਕਾਂ ਵਾਲੇ ਬੰਦੇ ਵੀ ਨੇ ਜਿਹੜੇ ਸਮਾਨ ਉੱਥੋਂ ਲਾਉਂਦੇ ਸੀ, ਕਰਦੇ ਸੀ, ਜਾਂਦੇ ਸੀ ਦੂਏ ਪਾਸੇ। ਉਹਦੇ ਨਾਲ ਅੰਮ੍ਰਿਤਸਰ ਤੇ ਲਾਹੌਰ ਦਾ ਵਪਾਰੀ ਵੀ ਹੈ ਬਾਕੀ ਦਾ, ਔਰ ਉਹਨਾਂ ਦੀ ਅਰਥ ਵਿਵਸਥਾ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਹੈ। ਉਹ ਸਾਰਾ ਹਿੰਦੂ ਸੈਕਸ਼ਨ। ਔਰ ਜੇ ਬਾਰਡਰ ਖੁੱਲਦਾ ਇਕੱਲਾ ਫਿਰ ਅੰਮ੍ਰਿਤਸਰ ਦਾ ਵਪਾਰੀ ਤੇ ਲਾਹੌਰ ਦਾ ਨਹੀਂ, ਫਿਰ ਤਾਂ ਲੁਧਿਆਣਾ, ਜਲੰਧਰ, ਆਲੇ ਦੁਆਲੇ, ਈਵਨ ਦਿੱਲੀ ਤੱਕ ਦੇ ਵਪਾਰੀ ਵੀ, ਆਲੇ ਦੁਆਲੇ ਦੇ ਵਪਾਰੀ ਵੀ, ਸਭ ਨੂੰ ਫਾਇਦਾ ਹੋਣਾ ਉਹਦਾ। ਕੱਲਾ ਇੱਕ ਦਾ ਕੁਐਸਚਨ ਨਹੀਂ, ਕਿਉਂਕਿ ਜਿਹੜੀ ਚੀਜ਼ ਬਣਾਉਂਦਾ, ਜਿਹੜੀ ਚੀਜ਼ ਜਾਊਗੀ ਆਲੇ ਦੁਆਲੇ, ਉਹ ਸਾਰੇ ਹੀ ਲੋਕਾਂ ਨੂੰ ਉਹਦਾ ਇੱਕ ਫਾਇਦਾ ਹੋਣਾ ਉਸ ਪੱਧਰ ਤੇ। ਹਾਲਾਂਕਿ ਮੰਗ ਉਦੋਂ ਤੋਂ ਉੱਠਦੀ ਆ ਰਹੀ, ਅੱਜ ਤੋਂ ਨਹੀਂ। ਜਦੋਂ WTO ਦਾ ਦੌਰ, WTO ਤੋਂ ਪਹਿਲਾਂ ਗੈਟ ਦੀ ਗੱਲ ਹੁੰਦੀ ਸੀ, ਗੈਟ ਸਮਝੌਤਾ, ਜਦੋਂ ਇਹ ਸੀ ਕਿ ਹੁਣ ਦੁਨੀਆ ਦਾ ਵਪਾਰ ਇੱਕੋ ਲੀਹਾਂ ਤੇ ਚੱਲੂਗਾ, ਉਹ ਅਜੇ ਸਾਈਨ ਹੋ ਰਿਹਾ ਸੀ। ਮੇਰੇ ਯਾਦ ਹੈ ਕਿ ਇੱਕ ਛੋਟਾ ਗਰੁੱਪ ਸੀ IDP ਦਾ, ਜਿਹਨੇ 1986 ਦੇ ਵਿੱਚ ਆਪਣੇ ਪ੍ਰੋਗਰਾਮ ਦੇ ਵਿੱਚ ਹੀ ਏਜੰਡਾ ਪਾਇਆ ਸੀ ਭਾਰਤ ਪਾਕਿਸਤਾਨ ਦੋਸਤੀ ਨੰਬਰ 1 ਮੁੱਦੇ ਦੇ ਤੌਰ ਤੇ 1986 ਚ। ਫਿਰ MC ਭਾਰਦਵਾਜ ਹੁੰਦੇ ਸੀ, ਇੱਕ ਖਾਦੀ ਬੋਰਡ ਦੇ ਚੇਅਰਮੈਨ ਵੀ ਰਹੇ, ਔਰ ਪਹਿਲਾਂ ਉਹ ਥਾਪਰ ਕਾਲਜ ਦੇ ਪ੍ਰੋਫੈਸਰ ਹੁੰਦੇ ਸੀ ਫਿਜ਼ਿਕਸ ਦੇ। ਉਦੋਂ ਬਾਅਦ ਉਹ ਸੰਤ ਲੌਂਗੋਵਾਲ ਨਾਲ ਜੁੜ ਗਏ ਸੀ ਧਰਮ ਯੁੱਧ ਮੋਰਚੇ 'ਚ। ਉਹਨਾਂ ਨੇ ਬਹੁਤ ਖੂਬਸੂਰਤ ਕਿਤਾਬ ਲਿਖੀ ਸੀ, ਨਾ ਪੜ੍ਹਿਓ ਮਤਾ ਆਨੰਦਪੁਰ ਦਾ। ਤੇ ਉਹ ਇਸ ਤਰੀਕੇ ਨਾਲ ਕੀਤੀ ਤੇ ਬੰਦਾ ਪੜ੍ਹਨ ਲੱਗ ਜਾਂਦਾ ਸੀ ਵੀ ਦੇਖੀਏ ਕੀ ਹੈ। ਉਹਨਾਂ ਨੇ ਲਿਖਿਆ ਸੀ ਵੀ ਜੇ ਪੜ੍ਹੋਗੇ ਤਾਂ ਇਸ ਤੋਂ ਬਾਅਦ ਤੁਹਾਡੇ ਸਮਝ ਆਉਣੀ ਸ਼ੁਰੂ ਹੋ ਜਾਊਗੀ, ਜੇ ਸਮਝ ਆਉਣੀ ਸ਼ੁਰੂ ਹੋ ਜਾਊਗੀ ਤਾਂ ਇਹਨੂੰ ਵੱਖਵਾਦੀ ਨਹੀਂ ਕਰਾਰ ਦੇ ਸਕੋਗੇ। ਮਤਲਬ ਦਿਲਚਸਪ ਤਰੀਕੇ ਨਾਲ ਵਿਆਖਿਆ ਅਨੰਦਪੁਰ ਸਾਹਿਬ ਮਤੇ ਦੀ ਜੇ ਕੀਤੀ ਕਿਸੇ ਨੇ ਤਾਂ ਉਹ ਭਾਰਦਵਾਜ ਸਾਹਿਬ ਸੀਗੇ। ਉਦੋਂ ਬਾਅਦ ਉਹਨਾਂ ਨੇ ਬੰਬ ਜਾਂ ਰੋਟੀ ਇੱਕ ਕਿਤਾਬ ਲਿਖੀ ਕਿ ਤੁਹਾਨੂੰ ਬੰਬ ਚਾਹੀਦੇ ਨੇ, ਹਥਿਆਰ ਚਾਹੀਦੇ ਨੇ ਜਾਂ ਰੋਟੀ ਚਾਹੀਦੀ। ਤੇ 88 ਦੇ ਵਿੱਚ ਉਹ 5 ਸਟੂਡੈਂਟ ਨਾਲ ਲੈ ਕੇ 3 ਦਿਨ ਲਗਾਤਾਰ ਅਟਾਰੀ ਬਾਰਡਰ ਤੇ ਧਰਨਾ ਦਿੱਤਾ ਸੀ। ਉਦੋਂ ਅਜੀਤ ਅਖਬਾਰ 'ਚ ਲਗਾਤਾਰ 3 ਦਿਨ ਉਹਨਾਂ ਦਾ ਆਰਟੀਕਲ ਵੀ ਛਪਿਆ ਕਿ ਇਹ ਬਾਰਡਰ ਖੋਲੋ, ਇਹਦੇ ਤੋਂ ਬਿਨਾਂ ਪੰਜਾਬ ਦਾ ਭਵਿੱਖ ਦੋਨੇ ਪੰਜਾਬਾਂ ਦਾ ਤੇ ਦੋਨੇ ਦੇਸ਼ਾਂ ਦਾ ਨਹੀਂ ਹੈ ਕਿਸੇ ਵੀ ਰੂਪ ਦੇ ਵਿੱਚ। ਜਦੋਂ ਤੁਸੀਂ ਬਾਕੀ ਗੈਟ ਦੇ ਰਾਹੀਂ ਕਾਰਪੋਰੇਟਲੀ ਚੀਜ਼ਾਂ ਖੋਲਣ ਜਾ ਰਹੇ ਹੋ ਤਾਂ ਸਾਡੇ ਆਮ ਲੋਕਾਂ ਲਈ ਵੀ ਖੋਲਣ ਦੀ ਗੱਲ ਹੈ। ਇਹ 88 ਦੀ ਗੱਲ ਹੈ। ਫਿਰ ਉਦੋਂ ਬਾਅਦ ਹੋਰ ਵੱਡੇ ਬੰਦੇ ਜਿਹੜੇ ਕੁਲਦੀਪ ਨਈਅਰ ਤੇ ਬਾਕੀ ਲੋਕ ਉੱਥੇ ਮੋਮਬੱਤੀਆਂ ਜਗਾਉਣ ਤੇ ਵੱਡੇ ਸਮਾਗਮ ਕਰਨ ਲੱਗੇ, ਬਾਰਡਰ ਖੋਲੋ। ਇਹ ਸਾਰੀਆਂ ਚੀਜ਼ਾਂ ਲਗਾਤਾਰ, ਪਰ ਇਹ ਛੋਟੇ ਅਜੇ ਸਿਆਸੀ ਮੁੱਦਾ ਨਹੀਂ ਬਣ ਸਕਿਆ। ਅਜੇ ਥੋੜੇ ਜਿਹੇ ਸਮਾਜਿਕ ਸੇਵਕ, ਥੋੜੇ ਜਿਹੇ ਲੇਖਕਾਂ ਦਾ ਜਾਂ ਕੁਝ ਲੋਕਾਂ ਦਾ ਮੁੱਦਾ ਬਣ ਰਿਹਾ ਹੋਇਆ। ਤੇ ਇਹ ਮੁੱਦਾ ਵੱਡਾ ਕਦੋਂ ਬਣਨਾ ਹੈ? ਜਦੋਂ ਜਿਨ੍ਹਾਂ ਨੂੰ ਅਸਲ 'ਚ ਵੀ ਫਾਇਦਾ ਹੋਵੇ। ਕੱਲੀਆਂ ਭਾਵਨਾਵਾਂ ਦਾ ਸਵਾਲ ਨਹੀਂ,
ਜਿਵੇਂ ਤੁਸੀਂ ਗੱਲ ਕੀਤੀ ਹੈ, ਜਦੋਂ ਜਿਹਨੂੰ ਨੌਕਰੀ ਮਿਲਣੀ ਹੈ, ਹੁਣ ਇਹ ਵੱਡੀਆਂ ਸੜਕਾਂ ਉਧਰ ਜਾਣਗੀਆਂ, ਮੰਨ ਲਓ ਬਣੀਆਂ ਹੋਈਆਂ, ਜੇ ਅੱਗੇ ਤੱਕ ਜਾਣਗੀਆਂ ਤਾਂ ਰਸਤੇ ਦੇ ਵਿੱਚ ਕਿੰਨੇ ਢਾਬਿਆਂ ਦੀ, ਕਿੰਨੇ ਹੋਟਲਾਂ ਦੀ, ਕਿੰਨੇ ਪੈਂਚਰ ਲਾਉਣ ਵਾਲਿਆਂ ਦੀ, ਕਿੰਨੇ ਵੱਖ-ਵੱਖ ਟਾਈਪ ਦੇ ਹੋਰ ਲੋਕਾਂ ਦੀ ਲੋੜ ਪਏਗੀ ਨਾ। ਆਟੋਮੈਟਿਕਲੀ ਵਪਾਰ ਬਿਲਡ ਹੁੰਦਾ ਜਦੋਂ, ਤਾਂ ਸਹਾਇਕ ਚੀਜ਼ਾਂ ਬਹੁਤ ਜ਼ਿਆਦਾ ਬਣਦੀਆਂ ਨੇ। ਇਸੇ ਕਰਕੇ ਜਿੱਥੇ ਇੱਕ ਵੱਡੀ ਫੈਕਟਰੀ ਲੱਗਦੀ ਹੈ ਤਾਂ ਆਲੇ ਦੁਆਲੇ ਸ਼ਹਿਰ ਵਸ ਜਾਂਦਾ, ਕਿਉਂਕਿ ਮਜ਼ਦੂਰ ਵੀ, ਹੋਰ ਅਸਿਲਰੀ ਚੀਜ਼ਾਂ ਵੀ, ਬਾਕੀ ਦੀ ਵੀ ਲੋੜ ਪੈਂਦੀ। ਤੇ ਜੇ ਇਹ ਬਾਰਡਰ ਦੇ ਰਸਤੇ ਖੁੱਲਦੇ ਨੇ ਤਾਂ ਤਰ੍ਹਾਂ ਤਰ੍ਹਾਂ ਦੇ ਵਪਾਰ ਦੀ ਲੋੜ ਪਏਗੀ, ਵੱਖ-ਵੱਖ ਕਿਸਮ ਦੀ, ਔਰ ਨਵਾਂ ਰੁਜ਼ਗਾਰ ਪੈਦਾ ਹੋ। ਔਰ ਹੋ ਸਕਦਾ ਨਵਾਂ ਰੁਜ਼ਗਾਰ ਜਿਹੜਾ ਜਿੰਨਾ ਪੈਦਾ ਹੋਏਗਾ, ਉਹ ਸਾਡੇ ਬੱਚਿਆਂ ਦੀ ਫੋਰਸਡ ਮਾਈਗ੍ਰੇਸ਼ਨ ਜਿਹੜੀ ਹੈ, ਜਬਰੀ ਮਾਈਗ੍ਰੇਸ਼ਨ ਜਿਹੜੀ ਹੋ ਰਹੀ ਆ ਬਾਹਰਲੇ ਹੋਰਾਂ ਦੇਸ਼ਾਂ ਨੂੰ, ਉਹ ਇੱਧਰ ਲੈ ਪਾਸੇ ਆ ਜੇ। ਤੇ ਇੱਕ ਹੋਰ ਵੱਡੀ ਗੱਲ ਹੋਏਗੀ ਇਹਦੇ ਨਾਲ, ਜੇ ਭਾਰਤ ਪਾਕਿਸਤਾਨ ਤੇ ਦੱਖਣੀ ਏਸ਼ੀਆ ਦੀ ਦੋਸਤੀ ਬਣ ਜਾਂਦੀ ਹੈ ਤਾਂ ਦੋਨੇ ਗਰੀਬ ਦੇਸ਼ਾਂ ਨੂੰ ਇੰਨਾ ਪੈਸਾ ਫੌਜ ਤੇ ਹਥਿਆਰਾਂ ਤੇ ਨਹੀਂ ਖਰਚ ਕਰਨਾ ਪਏਗਾ। ਤੇ ਜੇ ਹਥਿਆਰਾਂ ਤੇ ਇੰਨਾ ਖਰਚਾ ਨਹੀਂ ਕਰਨਾ ਪਏਗਾ, ਕੁਝ ਹਿੱਸਾ ਵੀ ਉਹ ਘਟਾ ਲੈਣ, ਲਗਭਗ 3 ਲੱਖ ਕਰੋੜ ਦੇ ਕਰੀਬ ਸਾਡਾ ਫੌਜ ਦਾ ਖਰਚਾ ਹੈ। ਤੇ ਜੇ ਉਹਦੇ ਚੋਂ 1 ਲੱਖ ਕਰੋੜ ਵੀ ਬਚਣਾ ਸ਼ੁਰੂ ਹੋ ਜੇ ਵੱਖ-ਵੱਖ ਚੀਜ਼ਾਂ ਦੇ ਵਿੱਚ, ਤੇ ਉਹ 1 ਲੱਖ ਕਰੋੜ ਮਨਰੇਗਾ ਦਾ 73,000 ਕਰੋੜ ਦਾ ਬਜਟ ਹੈ। ਇਦੋਂ ਦੁੱਗਣਾ ਬਜਟ ਤਿੱਗਣਾ ਬਣ ਸਕਦਾ, ਜਿਹੜਾ 100 ਦਿਨ ਦੇ ਰੁਜ਼ਗਾਰ ਦੀ ਗਾਰੰਟੀ ਦਿੰਦਾ ਦੇਸ਼ ਦੇ ਵਿੱਚ। ਜਿਹੜੇ 13 ਕਰੋੜ ਪਰਿਵਾਰ ਨੇ ਜਿਨ੍ਹਾਂ ਦੇ ਜੌਬ ਕਾਰਡ ਬਣੇ ਹੋਏ ਨੇ, ਜਿਨ੍ਹਾਂ ਨੂੰ ਘੱਟੋ ਘੱਟ 100 ਦੀ ਬਜਾਏ 250 ਦਿਨ ਕੰਮ ਮਿਲ ਸਕਦਾ, ਜੇਕਰ ਉਸ ਤਰੀਕੇ ਨਾਲ 200 ਦਿਨ 250 ਦਿਨ ਕੰਮ ਮਿਲ ਸਕਦਾ। ਬੁਨਿਆਦੀ ਸਮੱਸਿਆ ਸਾਡੀ ਕੀ ਹੈ? ਰੁਜ਼ਗਾਰ ਹੈ। ਰੁਜ਼ਗਾਰ ਜੁੜਿਆ ਹੋਇਆ ਖੇਤੀ ਦੀ ਤਰੱਕੀ ਨਾਲ, ਵਪਾਰ ਦੀ ਤਰੱਕੀ ਨਾਲ, ਸੇਵਾਵਾਂ ਦੀ ਤਰੱਕੀ ਨਾਲ। ਹੁਣ ਜਿਹੜਾ ਬੰਦ ਹੋ ਚੁੱਕਿਆ, ਇਹ ਨਵਾਂ ਨਾ ਸੇਵਾ ਖੇਤਰ ਵੱਧ ਰਿਹਾ, ਨਾ ਉਦਯੋਗ ਦਾ ਖੇਤਰ ਵੱਧ ਰਿਹਾ, ਤੇ ਨਾ ਖੇਤੀ ਦਾ ਖੇਤਰ ਵੱਧ ਰਿਹਾ, ਸਾਰਾ ਘਾਟੇ ਚ ਜਾ ਰਿਹਾ, ਤਾਂ ਨਵਾਂ ਰੁਜ਼ਗਾਰ ਪੈਦਾ ਹੀ ਨਹੀਂ ਹੁੰਦਾ। ਇਸ ਲਈ ਇਹ ਬਹੁਤ ਵੱਡਾ ਕੁਐਸਚਨ ਹੈ। ਜੇ ਰੁਜ਼ਗਾਰ ਪੈਦਾ ਕਰਨਾ ਹੈ, ਜੇ ਰੋਜੀ ਰੋਟੀ ਪੈਦਾ ਕਰਨੀ ਹੈ, ਵਪਾਰ ਵਧਾਉਣਾ ਹੈ, ਖੁਸ਼ਹਾਲੀ ਲਿਆਉਣੀ ਹੈ, ਤਾਂ ਬਾਰਡਰ ਮੋਖਲੇ ਕਰਨੇ ਹੀ ਪੈਣਗੇ। ਇਹਦੇ ਤੋਂ ਬਿਨਾਂ ਕੋਈ ਚਾਰਾ ਨਹੀਂ। ਉਹਨਾਂ ਵਰਗਾਂ ਨੂੰ ਸੋਚਣਾ ਪਏਗਾ ਜਿਨ੍ਹਾਂ ਦੀ ਰੋਜੀ ਰੋਟੀ, ਜਿਨ੍ਹਾਂ ਦਾ ਮੁਨਾਫਾ, ਜਿਨ੍ਹਾਂ ਦਾ ਭਵਿੱਖ ਇਹਦੇ ਨਾਲ ਜੁੜਿਆ ਹੋਇਆ। ਉਹਦੇ ਚ ਕਿਸਾਨੀ ਹੈ ਹੀ ਆ ਵੱਡੇ ਪੱਧਰ ਦੇ ਉੱਤੇ, ਔਰ ਵੱਡੀਆਂ ਮੰਗਾਂ ਕਰਨੀਆਂ ਪੈਣਗੀਆਂ। ਜਿਵੇਂ ਤੁਸੀਂ ਦੇਖ ਸਕਦੇ ਹੋ, ਸਾਡੇ ਕੋਲ ਉਦਾਹਰਨਾਂ ਨੇ। ਜਰਮਨ 1945 ਦੇ ਵਿੱਚ ਵੰਡਿਆ ਗਿਆ ਸੀ, ਦੂਜੀ ਸੰਸਾਰ ਜੰਗ। ਜਿਹੜੀ ਪੂਰਬੀ ਜਰਮਨ ਸੀ ਉਹ ਕਮਿਊਨਿਸਟ ਬਣ ਗਈ, ਮਤਲਬ ਖੱਬੇ ਪੱਖੀਆਂ ਦੇ ਰਾਜ ਆ ਗਿਆ, ਤੇ ਪੱਛਮੀ ਜਰਮਨ ਜਿਹੜਾ ਸੀ ਉਹ ਆਟੋਮੈਟਿਕਲੀ ਪੁਰਾਣਾ ਢੰਗ ਜੋ ਵੀ ਉਹਦਾ ਚੱਲਦਾ ਸੀ, ਕਿਉਂਕਿ ਦੂਜੀ ਸੰਸਾਰ ਜੰਗ ਚ ਹਾਰ ਗਿਆ ਸੀ। ਉਹ ਮੇਨ ਧੜੇ ਦੇ ਤੌਰ ਤੇ 2 ਧੜੇ ਬਣਾਤੇ, ਪਰ ਉਹ ਆਉਂਦਾ ਆਉਂਦਾ ਜਰਮਨਾਂ ਨੇ ਆਪ ਉੱਥੇ ਤੱਕ ਕੰਧ ਵੀ ਕੱਢਤੀ। ਸਾਡੇ ਤਾਂ ਛੋਟੀ ਛੋਟੀ ਬਾੜ ਲਾਈ ਹੋਈ ਹੈ, ਮਤਲਬ ਕੰਡੇ ਵਾਲੀ ਜਾਂ ਬਾਕੀ। ਉਹ ਬਰਲਿਨ ਦੀ ਦੀਵਾਰ ਬਹੁਤ ਮਸ਼ਹੂਰ ਦੀਵਾਰ ਬਣੀ ਸੀ, ਬਰਲਿਨ ਰਾਜਧਾਨੀ ਸੀ, ਪਰ ਲੋਕਾਂ ਦੀ ਜਾਗਰੂਕਤਾ ਨੇ, ਲੋਕਾਂ ਦੇ ਮੁਜ਼ਾਹਰਿਆਂ ਨੇ ਬਰਲਿਨ ਦੀ ਦੀਵਾਰ ਤੋੜਤੀ। ਮੁੜ ਕੇ ਜਰਮਨ ਇੱਕ ਹੋ ਗਿਆ। ਅਸੀਂ ਕਹਿੰਦੇ ਕਿ ਜੇ ਇੱਕ ਨਹੀਂ ਵੀ, ਚਲੋ ਵੱਖ-ਵੱਖ ਦੇਸ਼ਾਂ ਦੀ ਆਪਣੀ ਪਛਾਣ ਬਣ ਗਈ ਹੈ ਹੁਣ ਐਡੇ ਸਮੇਂ ਤੋਂ, ਦੋਸਤੀ ਤਾਂ ਹੋ ਸਕਦੀ ਹੈ, ਵਪਾਰ ਤਾਂ ਹੋ ਸਕਦਾ ਹੈ, ਬਾਕੀ ਚੀਜ਼ਾਂ ਤਾਂ ਸੰਭਵ ਹੋ ਸਕਦੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਜਰਮਨ ਨੇ ਇਹ ਕੀਤਾ, ਯਮਨ ਨੇ ਇਹ ਕੀਤਾ। ਦੋਨੋਂ ਦੱਖਣੀ ਤੇ ਉੱਤਰੀ ਕੋਰੀਆ ਦੇ ਵਿੱਚ ਬਹੁਤ ਵੱਡਾ ਸੰਕਟ ਹੈ, ਪਰ ਉਹ ਬਹੁਤ ਵਾਰ ਇਹ ਗੱਲ ਕਰ ਚੁੱਕੇ ਨੇ ਵੀ ਅਸੀਂ ਟੀਮਾਂ ਪਹਿਲਾਂ ਸਾਂਝੀਆਂ ਭੇਜਿਆ ਕਰਾਂਗੇ, ਦੋਨੇ ਕੋਰੀਆ ਦੀ ਇੱਕ ਟੀਮ ਹੋਇਆ ਕਰੇਗੀ। ਕੋਈ ਕਿਤੋਂ ਸ਼ੁਰੂ ਕਰ ਰਿਹਾ, ਕੋਈ ਕਿਤੋਂ ਸ਼ੁਰੂ ਕਰ ਰਿਹਾ, ਸ਼ੁਰੂਆਤ ਤਾਂ ਕਰ ਹੀ ਰਹੇ ਨੇ ਨਾ ਕਿਤੋਂ ਨਾ ਕਿਤੋਂ। ਸਾਡੇ ਵੀ ਇੱਕ ਜ਼ਮਾਨੇ ਦੇ ਵਿੱਚ ਥੋੜਾ ਜਿਹਾ ਇਹ ਗੇਮਾਂ ਹੋਈਆਂ ਸੀ, ਜਦੋਂ ਇਧਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਤੇ ਪਹਿਲਾਂ 2002 ਵਾਲੀ, ਉਦੋਂ 2004 ਦੇ ਵਿੱਚ ਪੰਜਾਬ ਗੇਮਸ ਹੋਈਆਂ ਸੀ ਦੋਨੋਂ, ਉਧਰਲੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ। ਕੱਲੀ ਕ੍ਰਿਕਟ ਨਹੀਂ ਸੀ ਉਹ ਚ, ਕ੍ਰਿਕਟ ਤੋਂ ਬਿਨਾਂ ਬਾਕੀ ਸਾਰੀਆਂ ਬਹੁਤ ਗੇਮਾਂ ਹੋਈਆਂ ਸੀ, ਕਬੱਡੀ ਵੀ ਉਹਦੇ ਵਿੱਚ ਸੀ, ਪੰਜਾਬ ਨਾਲ ਜੁੜੀਆਂ ਸਾਰੀਆਂ ਖੇਡਾਂ ਸੀ, ਕਈ ਦਿਨ ਹੋਈਆਂ ਉਧਰ, ਤੇ ਫਿਰ ਇੱਧਰ ਹੋਣੀ ਸੀ, ਫਿਰ ਦੁਬਾਰਾ ਉਧਰ ਹੋਣੀ ਸੀ। ਹਰ ਸਾਲ ਇਹ ਸੀ ਕਿ ਹੋਣਗੀਆਂ ਤਾਂ ਇਹਦੇ ਨਾਲ ਭਾਈਚਾਰਾ ਵਧੇਗਾ। ਉੱਥੋਂ ਦਾ ਚੀਫ ਮਿਨਿਸਟਰ ਪਰਵੇਜ਼ ਇਲਾਹੀ ਇੱਥੇ ਰਹਿ ਕੇ ਗਿਆ, ਇੱਥੇ ਗੈਸਟ ਕਈ ਦਿਨਾਂ ਤੱਕ ਪੰਜਾਬ ਚ ਘੁੰਮਿਆ, ਆਲੇ ਦੁਆਲੇ ਹੋਇਆ। ਇਹ ਅਮਰਿੰਦਰ ਸਿੰਘ ਹੋਣੀ ਉੱਥੇ ਗਏ, ਉਦੋਂ ਵੀ ਇੱਕ ਉਮੀਦ ਜਗੀ ਸੀ। ਤੇ ਉਹੀ ਅਮਰਿੰਦਰ ਸਿੰਘ ਅੱਜ ਕੱਲ ਕਹਿੰਦਾ ਬਾਰਡਰ ਸੀਲ ਕਰੋ, ਸੁਰੱਖਿਆ ਬਹੁਤ ਗੱਲ ਹੈ, ਪਾਕਿਸਤਾਨ ਐ ਕਰ ਦੂਗਾ, ਜੇ ਕਰ ਦੂ, ਕਿਉਂਕਿ ਤੁਹਾਡੀਆਂ ਕਮਜ਼ੋਰੀਆਂ ਨੇ। ਇਹਦਾ ਮਤਲਬ ਤੁਸੀਂ ਚਾਹੁੰਦੇ ਤਾਂ ਦਿਲੋਂ ਕੁਝ ਹੋਰ ਸੀ, ਪਤਾ ਨਹੀਂ ਈਡੀ ਦੇ ਡਰ ਤੋਂ, ਕਿਸੇ ਹੋਰ ਡਰ ਤੋਂ, ਸੀਬੀਆਈ ਦੇ ਡਰਾਂ ਤੋਂ ਤੁਸੀਂ ਆਪਣੀ ਅਪਰੋਚ ਬਦਲ ਲੈਂਦੇ ਹੋ। ਤੇ ਜੇ ਉਹਦੇ ਨਾਲ ਜਿਹੜਾ ਇੱਕ ਮਾਹੌਲ ਬਣਿਆ ਸੀ, ਜਦੋਂ ਸਾਡੇ ਬੰਦੇ ਪਾਕਿਸਤਾਨ ਚ ਗਏ ਉਹ ਗੇਮਾਂ ਦੇਖਣ, ਕਿੰਨਿਆਂ ਨੇ ਘਰ ਖੋਲ ਤੇ ਦਰਵਾਜ਼ੇ, ਸਾਡੇ ਘਰਾਂ ਚ ਰਹੋ, ਤੁਸੀਂ ਹੋਟਲਾਂ ਚ ਨਹੀਂ। ਜਦੋਂ ਇੱਥੇ ਆਏ ਹੋਏ ਬੰਦੇ ਸੀ ਪਾਕਿਸਤਾਨੀ ਮੈਚ ਦੇਖਣ,
ਆਪਣੇ ਵੀ ਕਿੰਨੇ ਪਟਿਆਲੇ ਵੀ ਵੱਖ-ਵੱਖ ਥਾਵਾਂ ਤੇ ਉਹ ਮੈਚ ਹੋਏ, ਮੋਹਾਲੀ ਵੀ, ਤੇ ਕਿੰਨੇ ਲੋਕਾਂ ਨੇ ਦਰਵਾਜ਼ੇ ਖੋਲੇ, ਉਹ ਸਾਰੇ ਲੋਕਾਂ ਦੇ ਘਰਾਂ 'ਚ ਰਹਿ ਕੇ ਜਾਂਦੇ ਰਹੇ ਬੰਦੇ, ਕੋਈ ਫਰਕ ਨਹੀਂ ਹੋਇਆ। ਜਿਹੜੀ ਇਹ ਮੁਹੱਬਤ ਹੈ ਉਹਨੂੰ ਨਫ਼ਰਤ ਦੀ ਬਜਾਏ ਹੋਰ ਖੋਲਣ, ਆਦਾਨ ਪ੍ਰਦਾਨ ਨਾਲ ਵੱਧਦੀ ਹੈ, ਇੱਕ ਦੂਜੇ ਨੂੰ ਜਾਣਨ ਨਾਲ ਵੱਧਦੀ ਹੈ। ਬਹੁਤੇ ਲੋਕਾਂ ਨੇ ਤਾਂ ਇਹੀ ਕਿਹਾ ਕਿ ਆਪਣੇ ਵਰਗੇ ਉਹ ਲੱਗਦੇ ਨੇ, ਕਿਉਂਕਿ ਜਦੋਂ ਬੋਲੀ ਦਾ ਕੋਈ ਫਰਕ ਨਹੀਂ, ਸੱਭਿਆਚਾਰ ਦਾ ਨਹੀਂ, ਤਾਂ ਆਪਣਾ ਆਪਣਾ ਤਾਂ ਜ਼ਿਆਦਾ ਹੁੰਦੀ ਹੈ ਨਾ ਦੂਜੇ ਦੇ ਮੁਕਾਬਲੇ। ਤਾਂ ਸ਼ੁਰੂ ਉੱਥੋਂ ਕਰਨਾ ਚਾਹੀਦਾ ਮੇਰੇ ਖਿਆਲ ਹੈ, ਔਰ ਇੱਥੋਂ ਸੌਖਾ ਸ਼ੁਰੂ ਹੋ ਸਕਦਾ ਹੈ। ਇਹ ਮੁੱਦਾ ਜਿੰਨਾ ਚਿਰ ਸਾਡੇ ਸਿਆਸਤ ਦਾ ਮੁੱਦਾ ਨਹੀਂ ਬਣਦਾ, ਜਿੰਨਾ ਚਿਰ ਵੋਟ ਦਾ ਮੁੱਦਾ ਨਹੀਂ ਬਣਦਾ, ਇੱਥੇ ਵੋਟ ਮਿਲਣੀ ਜਾਂ ਵੋਟ ਮਿਲਣੋਂ ਹਟਣੀ ਸ਼ੁਰੂ ਨਹੀਂ ਹੁੰਦੀ। ਜਿਹੜੇ ਲੋਕ ਇਹ ਕਹਿੰਦੇ ਨੇ ਪੰਜਾਬ ਦੇ ਵਿੱਚ ਰਹਿ ਕੇ ਕਿ ਪਾਕਿਸਤਾਨ ਨਾਲ ਦੁਸ਼ਮਣੀ ਕਰੋ, ਪਾਕਿਸਤਾਨ ਦੇ ਨਾਲ ਇਸ ਲੈਵਲ ਦੀ ਗੱਲ ਕਰੋ, ਜਾਂ ਪਾਕਿਸਤਾਨ ਦਾ ਪੰਜਾਬ ਵਾਲੇ ਲੋਕ ਜਿਹੜੇ ਇਹ ਕਹਿੰਦੇ ਨੇ ਪਾਕਿਸਤਾਨੀ ਹੁਕਮਰਾਨ ਕਿ ਹਿੰਦੁਸਤਾਨ ਨਾਲ ਦੁਸ਼ਮਣੀ ਕਰੋ, ਜੇ ਪਾਕਿਸਤਾਨੀ ਪੰਜਾਬ ਜਾਂ ਹਿੰਦੁਸਤਾਨ ਪਾਕਿਸਤਾਨ ਦੇ ਅੰਦਰ ਵੋਟ ਇਸ ਗੱਲ ਤੇ ਮਿਲਣ ਲੱਗ ਜੇ ਕਿ ਮੁਹੱਬਤ ਹੋਏਗੀ ਤਾਂ ਵੋਟ ਦੇਾਂਗੇ, ਜਿਹੜਾ ਇਸ ਲੈਵਲ ਦਾ ਵਾਅਦਾ ਕਰੇਗਾ। ਉਸੇ ਤਰ੍ਹਾਂ ਸਾਡੇ ਪਾਸੇ ਵੀ ਜੇ ਵੋਟ ਇਸ ਲੈਵਲ ਤੇ ਗੱਲ ਮਿਲਣੀ ਲੱਗ ਜੇ, ਔਰ ਲੋਕ ਮੈਨੂੰ ਲੱਗਦਾ ਜੇ ਲੀਡਰ ਇਸ ਪਾਸੇ ਵੱਲ ਚੱਲ ਪੈਣ, ਲੋਕ ਲੱਗ ਜਾਂਦੇ। ਔਰ ਤੁਸੀਂ ਦੇਖੋ ਕਿ ਵਾਜਪਾਈ ਬੱਸ ਲੈ ਕੇ ਗਏ ਸੀ ਇੱਧਰੋਂ, ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸੀ, ਆਪ ਬੱਸ 'ਚ ਬੈਠੇ ਸੀ, ਲਾਹੌਰ ਤੱਕ ਗਏ, ਦੋਨੇ ਦੇਸ਼ਾਂ ਦੇ ਵਿੱਚ ਐਡਾ ਵੱਡਾ ਸਵਾਗਤ ਹੋਇਆ ਕੋਠਿਆਂ ਤੇ ਖੜ ਕੇ, ਕਿਉਂਕਿ ਲੋਕ ਤਾਂ ਮੁਹੱਬਤ ਹੀ ਚਾਹੁੰਦੇ ਸੀ ਕਿ ਸ਼ਾਇਦ ਹੁਣ ਦੋਨੇ ਦੇਸ਼ ਕੁਝ ਰਲ ਕੇ ਕਰਨਗੇ, ਇੱਕ ਉਮੀਦ ਬਣ ਗਈ। ਤਾਂ ਜੇ ਅੱਜ ਵੀ ਦੋਨੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਜਾਂ ਦੋਨੋਂ ਦੇਸ਼ਾਂ ਦੇ ਹੋਰ ਵੱਡੇ ਲੀਡਰ ਇਸ ਪਾਸੇ ਵੱਲ ਰੁਖ ਕਰਨ, ਤਾਂ ਲੋਕ ਤਾਂ ਪਹਿਲਾਂ ਹੀ ਤਿਆਰ ਨੇ, ਲੋਕ ਤਾਂ ਬੜੇ ਵੱਡੇ ਪੱਧਰ ਤੇ ਮੁਹੱਬਤ ਚਾਹੁੰਦੇ ਨੇ। ਤੇ ਜੇ ਨਹੀਂ ਕਰਦੇ ਤਾਂ ਫਿਰ ਲੋਕਾਂ ਨੂੰ ਪਹਿਲ ਕਦਮੀ ਆਪਣੇ ਹੱਥ ਲੈਣੀ ਪਏਗੀ, ਉਹੀ ਜੀ ਸਿਆਸਤ ਨੂੰ ਅੱਗੇ ਲਿਆਉਣਾ ਪਏਗਾ, ਉਹੇ ਜਿਹੇ ਲੋਕਾਂ ਨੂੰ ਅੱਗੇ ਲਿਆਉਣਾ ਪਏਗਾ ਜਿਹੜੇ ਨਫ਼ਰਤ ਦੇ ਮੁਕਾਬਲੇ ਮੁਹੱਬਤ ਦੀ ਗੱਲ ਕਰਦੇ। ਪਰ ਹਰਮੀਤ ਸਿੰਘ ਦੀ ਗੱਲ ਇੱਥੇ ਜਦੋਂ ਤੁਸੀਂ ਵਾਜਪਾਈ ਸਾਹਿਬ ਦੀ ਕੀਤੀ, ਉਹ ਆਏ ਤੇ ਉਸ ਤੋਂ ਬਾਅਦ ਕਾਰਗਿਲ ਯੁੱਧ ਹੋਇਆ। ਅੱਜ ਦੇ ਹਾਲਾਤ ਇਸ ਤਰ੍ਹਾਂ ਕਿ ਜੰਮੂ ਕਸ਼ਮੀਰ ਦੇ ਵਿੱਚ ਨਿੱਤ ਗੋਲੀ ਚੱਲਦੀ ਰਹਿੰਦੀ ਹੈ, ਸਾਡੇ ਇੱਧਰਲੇ ਜਵਾਨ ਸ਼ਹੀਦ ਹੁੰਦੇ ਨੇ, ਉਧਰੋਂ ਅੱਤਵਾਦੀ ਐਂਟਰ ਹੁੰਦੇ ਨੇ, ਉੱਥੇ ਕੀ ਕੁਝ ਹੁੰਦਾ ਹੈ। ਇੱਧਰ ਪੰਜਾਬ ਦੇ ਬਾਰਡਰਾਂ ਦੇ ਉੱਤੇ ਗੋਲੀ ਤਾਂ ਭਾਵੇਂ ਘੱਟ ਚੱਲੇ, ਕਦੇ ਅੱਤਵਾਦੀ ਐਂਟਰ ਹੋ ਗਏ, ਪਿੱਛੇ ਦੀਨਾਨਗਰ ਹੋਇਆ ਸੀ, ਤੇ ਨਸ਼ਿਆਂ ਦੀ ਸਪਲਾਈ ਜਿਹੜੀ ਹੈ ਉਹ ਲਗਾਤਾਰ ਹੋਣਾ, ਇਹਨੂੰ ਕਿਸ ਪੱਖ, ਕਿਸ ਨਜ਼ਰੀਏ ਤੋਂ ਦੇਖਿਆ ਜਾਏ? ਕਿਉਂਕਿ ਲੋਕ ਸਵਾਲ ਇਹ ਵੀ ਚੁੱਕਣਗੇ ਕਿ ਥੋੜਾ ਜਿਹਾ ਪਾਕਿਸਤਾਨ ਨੂੰ ਵੀ ਇਸ ਪਾਸੇ ਵੱਲ ਨੂੰ ਸਮਝਣਾ ਚਾਹੀਦਾ। ਨਹੀਂ, ਮੈਂ ਕਿਹਾ ਇਦੋਂ ਪਹਿਲਾਂ, ਮੈਂ ਤਾਂ ਆਲਰੇਡੀ ਕਿਹਾ ਕਿ ਪਾਕਿਸਤਾਨ ਦੇ ਵਿੱਚ ਵੀ ਲੋਕਾਂ ਨੂੰ ਲੋਕ ਰਾਏ ਬਣਾਉਣੀ ਪਏਗੀ, ਇੱਧਰ ਵੀ ਬਣਾਉਣੀ ਪਏਗੀ, ਟੂ ਸਾਈਡਡ ਹੋ। ਪਰ ਇਹਦਾ ਮਾਮਲਾ ਇਹ ਨਹੀਂ ਕਿ 370 ਤੋੜ ਦਿਓ, ਤੁਸੀਂ ਗੋਲੀ ਹਟਾ ਲਈ ਹੈ, ਤੁਸੀਂ 3 ਜੰਗਾਂ ਲੜ ਲਿਓ, ਗੋਲੀ ਬੰਦ ਹੋ ਗਈ ਹੈ, ਤੁਸੀਂ ਸਾਰੇ ਬਾਰਡਰ ਸੀਲ ਕਰ ਲਏ, ਨਸ਼ਾ ਹੋਣਾ ਬੰਦ ਹੋ ਗਿਆ, ਜਾਂ ਤਾਂ ਉਹ ਇਲਾਜ ਹੈ ਜਿਹੜਾ ਤੁਸੀਂ ਕਰਿਆ ਅੱਜ ਤੱਕ ਦਾ, ਉਹ ਇਲਾਜ ਸਫਲ ਇਲਾਜ ਹੋਵੇ, ਮੰਨ ਲਓ ਤੁਹਾਡੀ ਗੱਲ ਮੰਨ ਲਈ। ਜਿਹੜੇ ਗਰੀਬ ਲੋਕਾਂ ਦੇ ਬੱਚੇ ਭਰਤੀ ਹੋ ਕੇ ਬਾਰਡਰਾਂ ਤੇ ਤੁਸੀਂ ਬਿਠਾਏ ਨੇ, ਤੁਸੀਂ ਤਾਂ ਇੱਕ ਬਿਆਨ ਦਿੰਦੇ ਹੋ ਜਿਹਦਾ ਬੱਚਾ ਤਾਬੂਤ ਦੇ ਵਿੱਚ ਆ ਜਾਂਦਾ ਹੈ। ਆ ਕੁੜੀ ਰੋਪੜ ਜਿਹੜੀ ਗੱਲ ਕਰ ਰਹੀ ਹੈ ਉਹਦੀ ਗੱਲ ਕਦੇ ਸੁਣੋ। ਕਦੇ ਗੁਰਮੇਹਰ ਨੇ ਕਿਹਾ ਸੀ ਇੱਕ ਗੱਲ, ਜਿਹੜੀ ਦਿੱਲੀ ਯੂਨੀਵਰਸਿਟੀ ਦੀ ਸਟੂਡੈਂਟ ਸੀ, ਕਿ ਮੇਰਾ ਬਾਪ ਪਾਕਿਸਤਾਨ ਨੇ ਨਹੀਂ ਮਾਰਿਆ, ਮੇਰਾ ਬਾਪ ਜੰਗ ਨੇ ਮਾਰਿਆ। ਉਹ ਇੱਕ ਧੜੇ 'ਚ ਹੀਰੋ ਬਣੀ ਤੇ ਦੂਜੇ ਧੜੇ ਦੇ ਗਾਲਾਂ ਦਾ ਉਹਨੂੰ ਸਾਹਮਣਾ ਕਰਨਾ ਪਿਆ ਬਹੁਤ ਵੱਡੇ ਪੱਧਰ ਦੇ ਉੱਤੇ। ਤੇ ਦੂਜੇ ਪਾਸੇ ਹੁਣੇ ਜਿਹੜੇ ਇਹ ਮੁੰਡਾ ਨੂਰਪੁਰ ਬੇਦੀ ਨੇੜੇ ਦਾ 8 ਮਹੀਨੇ ਵਿਆਹ ਨੂੰ ਹੋਏ ਸੀ, ਜਦੋਂ ਉਹਦੀ ਪਤਨੀ ਕਹਿੰਦੀ ਹੈ ਕਿ ਵੱਡੇ ਵੱਡੇ ਅਫਸਰ ਤੇ ਲੀਡਰਾਂ ਦੇ ਜਵਾਕ ਜਾਣ ਬਾਰਡਰਾਂ ਤੇ ਲੜਨ, ਐਵੇਂ ਉਹਨਾਂ ਦੀਆਂ ਲਾਸ਼ਾਂ ਆਉਣ, ਫਿਰ ਉਹਨਾਂ ਨੂੰ ਪਤਾ ਲੱਗੂਗਾ ਕਿ ਦੇਸ਼ ਭਗਤੀ ਕੀ ਹੁੰਦੀ ਹੈ, ਜਿਹੜਾ ਨੈਰੇਟਿਵ ਤੁਸੀਂ ਸਿਰਜ ਰਹੇ ਹੋ ਉਹ ਹੁੰਦਾ ਕੀ ਹੈ, ਇਹ ਉਦੋਂ ਬਾਅਦ ਪਤਾ ਲੱਗਦਾ। ਇਸ ਕਰਕੇ ਲੋਕਾਂ ਦੇ ਬੱਚੇ ਮਰਵਾਉਣਾ ਕੋਈ ਸਿਆਣਪ ਨਹੀਂ। ਉਹ ਮਰਵਾ ਕੇ ਵੀ ਜਿਹੜੀਆਂ ਜੰਗਾਂ ਹੁੰਦੀਆਂ ਸੀ ਤਾਂ ਆਪਸ ਦੇ ਵਿੱਚ, ਜੇ ਯੂਰਪ ਜਿਹਨੂੰ ਤੁਸੀਂ ਸਭ ਤੋਂ, ਜਿੱਥੇ ਸਾਡੇ ਬੱਚੇ ਭੱਜ ਭੱਜ ਜਾ ਰਹੇ ਕੈਨੇਡਾ ਦੇ ਵਿੱਚ ਤੇ ਬਾਕੀ ਯੂਰਪ ਦੇ ਦੇਸ਼ਾਂ ਦੇ ਵਿੱਚ, ਉਹ ਆਪਸ ਚ ਲੜਨਾ ਕਿਉਂ ਛੱਡ ਗਏ? ਸਾਡੇ ਨਾਲ ਤਾਂ ਜ਼ਿਆਦਾ ਬੰਦੇ ਕਤਲ ਕੀਤੇ ਨੇ ਉਹਨਾਂ ਨੇ, ਜ਼ਿਆਦਾ ਵੱਡੀਆਂ ਲੜਾਈਆਂ ਲੜੀਆਂ ਨੇ, ਪਰ ਉਹਨਾਂ ਨੂੰ ਸਮਝ ਆ ਗਈ ਕਿ ਇਹ ਰਸਤਾ ਹੁਣ ਭਵਿੱਖ ਦਾ ਰਸਤਾ ਨਹੀਂ ਹੈ, ਇਹ ਰਸਤਾ ਮਸਲੇ ਹੱਲ ਕਰਨ ਵਾਲਾ ਨਹੀਂ ਹੈ। ਹੁਣ ਸਹਿਯੋਗ ਤੇ ਆਪਸੀ ਭਾਈਚਾਰਾ ਮਸਲੇ ਹੱਲ ਕਰਨ ਦਾ ਤਰੀਕਾ ਹੈ, ਦੂਜਾ ਕੋਈ ਤਰੀਕਾ ਨਹੀਂ। ਸਾਰੇ ਯੂਰਪ ਨੇ ਫਾਂਸੀ ਦੀ ਸਜ਼ਾ ਖਤਮ ਕਰਤੀ, ਉਹ ਸਾਡੇ ਨਾਲੋਂ ਵਧੀਆ ਮੁਲਕ ਹੈ, ਜਾਂ ਘਟੀਆ ਡਿਬੇਟ ਕਰਾ ਲਓ। ਜੇ ਅਸੀਂ ਉਹਨੂੰ ਵਧੀਆ ਸਮਝਦੇ ਹਾਂ ਤਾਂ ਫਿਰ ਘਟੀਆ ਕੰਮ ਅਸੀਂ ਕਿਉਂ ਕਰਦੇ? ਮਤਲਬ ਅਸੀਂ ਘਟੀਆ ਵਾਲੇ ਪਾਸੇ ਖੜ ਕੇ ਨਾਰੇ ਮਾਰਾਂਗੇ ਕਿ ਹਾਂ ਅਸੀਂ ਬਹੁਤ ਤਾਕਤਵਰ ਬੰਦੇ ਆ ਜੀ, ਅਸੀਂ ਬਾਕੀ ਪਤਾ ਨਹੀਂ ਕੀ ਕਰ ਦਾਂਗੇ। ਔਰ ਇਹ ਦੋਨੇ ਦੇਸ਼ਾਂ ਦੇ ਹੁਕਮਰਾਨਾਂ ਦਾ ਕੁਐਸਚਨ ਹੈ, ਉਹਨਾਂ ਕੋਲ ਲੋਕਾਂ ਲਈ ਕੋਈ ਏਜੰਡਾ ਨਹੀਂ ਹੈ, ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਲਈ, ਗਰੀਬੀ ਤੋਂ ਛੁਟਕਾਰਾ ਦੇਣ ਲਈ, ਸਭ ਨੂੰ ਪੜ੍ਹਾਈ ਦੇਣ ਲਈ ਕੋਈ ਏਜੰਡਾ ਨਹੀਂ। ਇਸੇ ਕਰਕੇ ਦੋਨੋਂ ਜਦੋਂ ਵੋਟ ਲੈਂਦੇ ਨੇ ਤਾਂ ਉਹ ਧਾਰਮਿਕ ਭਾਵਨਾਵਾਂ ਭੜਕਾਉਂਦੇ ਨੇ।
ਉਹ ਦੇਸ਼ਾਂ ਦੇ ਇੱਕ ਦੂਜੇ ਦੇ ਖਿਲਾਫ ਭਾਵਨਾਵਾਂ ਭੜਕਾਉਂਦੇ ਨੇ। ਉਹ ਭੜਕਾਈਆਂ ਭਾਵਨਾਵਾਂ ਤੇ ਉਹਨਾਂ ਦੀ ਰਾਜਗੱਦੀ ਟਿਕੀ ਹੋਈ ਤੇ ਇਸ ਲਈ ਸਿਆਣਪ ਵਾਲੀ ਗੱਲ ਨਹੀਂ ਹੈ ਉਸ ਪੱਧਰ ਦੇ ਉੱਤੇ ਜਿਹੜੀ ਜਾਂਦੀ ਹੈ। ਉਹਨੂੰ ਤੁਸੀਂ ਰਾਸ਼ਟਰਵਾਦ ਦਾ ਖਿਤਾਬ ਦੇ ਦਿਓ, ਜੋ ਮਰਜ਼ੀ ਦੇ ਦਿਓ। ਤੁਸੀਂ ਜਿਹੜੀ ਦਵਾ ਦਿੰਦੇ ਆ ਰਹੇ ਹੋ 47 ਤੋਂ ਬਾਅਦ ਲਗਾਤਾਰ, ਉਹ ਦਵਾ ਅਸਰ ਨਹੀਂ ਕਰਦੀ ਬਲਕਿ ਉਲਟਾ ਅਸਰ ਕਰ ਰਹੀ ਹੈ। ਉਹ ਦੇਸ਼ਾਂ ਨੂੰ ਗਰੀਬੀ ਵੱਲ ਵੀ ਧੱਕ ਰਹੀ ਹੈ, ਤੁਹਾਡੀਆਂ ਸਮੱਸਿਆਵਾਂ ਵਧਾ ਰਹੀ ਹੈ, ਮਾਮਲਾ ਹੱਲ ਕਰ ਨਹੀਂ ਰਹੀ। ਤਾਂ ਦੁਬਾਰਾ ਸੋਚਣ ਦੀ ਲੋੜ ਹੈ ਬੈਠ। ਇਸੇ ਕਰਕੇ ਜਦੋਂ ਸੋਚੋਗੇ ਤਾਂ ਰਸਤਾ ਜਿਹੜਾ ਪਹਿਲਾਂ ਅਪਣਾਇਆ ਹੋਇਆ ਹੈ ਤਾਂ ਉਹ ਬਦਲਣਾ ਪਊਗਾ। ਬਦਲਵੇਂ ਰਸਤੇ ਦੇ ਵਿੱਚ ਭਾਰਤ ਵਰਗਾ ਵੱਡਾ ਦੇਸ਼ ਜਿੱਥੇ 138 ਕਰੋੜ ਦੀ ਆਬਾਦੀ ਹੈ, ਸਾਡੀ ਇਕਨੋਮੀ ਵੀ ਪਾਕਿਸਤਾਨ ਨਾਲੋਂ 5 ਗੁਣਾ ਤੋਂ ਵੀ ਵੱਧ ਹੈ, ਸਾਡਾ ਸਾਈਜ਼ ਐਡਾ ਵੱਡਾ, ਸਾਡੀ ਫੌਜ, ਸਾਡੀ ਲੜਾਈ ਦਾ ਕੋਈ ਮਤਲਬ ਹੀ ਨਹੀਂ। ਅਸੀਂ ਕੀ ਤੋਂ ਡਰਦੇ ਆ? ਡਰਾ ਕੇ ਆਊਗਾ ਕਿ ਪਾਕਿਸਤਾਨ ਐ ਕਰਦੇ। ਇੱਕ ਪਾਸੇ ਉਹ ਦੇਸ਼ ਜਿਹੜਾ ਬੈਂਕਰਪਟ ਵੀ ਹੈ, ਜਿਹੜਾ ਕਿਸੇ ਵੀ ਮਾਮਲੇ 'ਚ ਸਾਡੇ ਨੇੜੇ ਤੇੜੇ ਹੈ ਨਹੀਂ, ਤਾਂ ਉਹਦਾ ਹੀ ਖਾਊਗਾ ਅਸੀਂ ਬੜਾ। ਪਰ ਇੱਕ ਪਾਸੇ ਸੀ ਕਹਿੰਦੇ ਅਸੀਂ ਸੁਪਰ ਪਾਵਰ ਹਾਂ, ਅਸੀਂ ਵਰਲਡ ਗੁਰੂ ਹਾਂ, ਵਿਸ਼ਵ ਗੁਰੂ ਹਾਂ, ਤਾਂ ਉਹਨੂੰ ਤਾਂ ਆਪਣੇ ਆਪ ਤੇ ਇੰਨਾ ਕੌਨਫੀਡੈਂਸ ਹੋਣਾ ਚਾਹੀਦਾ ਜਦ ਕੱਲ ਨੂੰ ਆਊਗੀ ਦੇਖਾਂਗੇ ਕੋਈ ਗੱਲ ਨਹੀਂ, ਕੋਈ ਇਹੋ ਜਿਹੀ ਵੱਡੀ ਬਲਾ ਨਹੀਂ ਹੈ ਕਿ ਅਸੀਂ ਉਹਨੂੰ ਮਤਲਬ ਚੁਣੌਤੀ ਨਹੀਂ ਦੇ ਸਕਦੇ ਜੇ ਕੱਲ ਨੂੰ ਕੋਈ ਗੜਬੜ ਵੀ ਕਰੂ। ਕਿਉਂਕਿ ਤਾਕਤਵਰ ਦੀ ਹਮੇਸ਼ਾ ਇਹ ਜ਼ਿੰਮੇਵਾਰੀ ਹੁੰਦੀ ਹੈ ਦੂਜੇ ਨੂੰ ਥੋੜਾ ਜਿਹਾ ਕਹਿਣਾ ਕਿ ਆਪਾਂ ਕਰ ਲੈਂਦੇ ਹਾਂ। ਮੈਨੂੰ ਲੱਗਦਾ ਕਮਜ਼ੋਰ ਬੰਦਾ ਨਹੀਂ ਇਹ ਵੱਡੇ ਸਟੈਪ ਲੈ ਸਕਦਾ ਹੁੰਦਾ। ਜੇ ਦੇਸ਼ ਭਾਰਤ ਤਾਕਤਵਰ ਕਹਾਉਂਦਾ ਤਾਂ ਤਾਕਤਵਰ ਨੂੰ ਨਵੇਂ ਰਸਤੇ ਵੱਲ ਪਹਿਲਾਂ ਤੁਰਨਾ ਚਾਹੀਦਾ। ਜੀ ਹਮੀਰ ਸਿੰਘ ਜੀ, ਮੇਰਾ ਆਖਰੀ ਸਵਾਲ ਹੈ ਕਿ ਇਸ ਮੁੱਦੇ ਉੱਤੇ ਵਪਾਰ ਦੀ ਗੱਲ ਜਦੋਂ ਹੁੰਦੀ ਹੈ, ਬਾਰਡਰ ਖੁਲਵਾ ਕੇ ਕਿਸਾਨ ਖੁਸ਼ਹਾਲ ਹਰ ਤਰੀਕੇ ਨਾਲ, ਮਤਲਬ ਪੰਜਾਬ ਦੇ ਵਿੱਚ ਉਸ ਪੱਧਰ ਦੇ ਉੱਤੇ ਖੁਸ਼ਹਾਲੀ ਆ ਸਕਦੀ ਹੈ, ਪਰ ਕੀ ਪੰਜਾਬ ਸਰਕਾਰ ਇਹਦੇ ਉੱਤੇ ਕੋਈ ਆਪਣੇ ਵੱਲੋਂ ਜਿਵੇਂ ਕੋਈ ਮਤਾ ਲੈ ਕੇ ਆਉਣਾ, ਜਾਂ ਪੰਜਾਬ ਸਰਕਾਰ ਆਪਣੇ ਤੌਰ ਦੇ ਉੱਤੇ ਕੀ ਕਰ ਸਕਦੀ ਹੈ ਇਸ ਲਈ? ਨਹੀਂ, ਮੈਨੂੰ ਲੱਗਦਾ ਕਰਦੇ ਨਹੀਂ। ਪੰਜਾਬ ਸਰਕਾਰ ਕੀ ਹੈ ਜਾਂ ਵਿਧਾਨ ਸਭਾ ਕੀ ਹੈ, ਉਹਦੇ ਚ ਉਹੀ ਪਾਰਟੀਆਂ ਨੇ ਨਾ, ਪਾਰਟੀਆਂ ਦੇ ਨੁਮਾਇੰਦੇ, ਪਾਰਟੀਆਂ ਦਾ ਅਸੀਂ ਕਾਰਗੁਜ਼ਾਰੀ, ਪਾਰਟੀਆਂ ਦੀ ਕਾਰਗੁਜ਼ਾਰੀ ਜਿਹੜੀਆਂ ਹੁਣ ਵਿਧਾਨ ਸਭਾ ਚ ਪਾਰਟੀਆਂ ਨੇ ਸਾਡੇ ਕੋਲੇ, ਉਹਨਾਂ ਚੋਂ ਕਿਸੇ ਨੇ ਜੁਰਤ ਕੀਤੀ ਕਿ 370 ਨਾ ਹਟਾਓ, ਇਹਦੇ ਨਾਲ ਕੁਝ ਨਹੀਂ ਬਣਨਾ, ਨਾਗਰਿਕ ਸੋਧ ਬਿੱਲ ਨਾ ਲਿਆਓ, ਕੁਝ ਨਹੀਂ ਬਣਨਾ, ਜੂਏ ਪੀਏ ਤੇ NIA ਤੇ ਸਪੋਰਟ ਚ ਜਦ ਤੁਸੀਂ ਸਰੈਂਡਰ ਕੀਤਾ ਹੋਇਆ, ਜਿਹੜੀ ਉਹਦੀ ਪਾਲਿਸੀ ਹੈ ਉਸ ਪੱਧਰ ਤੇ ਤੁਸੀਂ ਚਰਚਾ ਵੀ ਨਹੀਂ ਕਰਦੇ ਖੁੱਲ ਕੇ, ਵੋਟ ਉਹਦੇ ਪੱਖ ਚ ਪਾ ਰਹੇ ਹੋ, ਤੁਸੀਂ ਕਿਹੜੀ ਦਲੇਰੀ ਨਾਲ ਇਹ ਮਤਾ ਪਾ ਦਿਓਗੇ ਕਿ ਅਸੀਂ ਇਸ ਪੱਧਰ ਤੇ ਜਾਂਦੇ ਆ? ਕਿਸੇ ਤੋਂ ਪੁੱਛ ਕੇ ਦੇਖੋ, ਮਤਾ ਪਵਾ ਕੇ ਦਿਖਾਓ, ਉਹਨਾਂ ਤੋਂ ਨਹੀਂ ਪੈਣਾ। ਹਾਂ, ਜੇ ਪੰਜਾਬ ਦੇ ਲੋਕ ਉੱਠ ਕੇ ਐਡੀ ਵੱਡੇ ਪੱਧਰ ਤੇ ਖੜੇ ਹੋਣ, ਕੱਲ ਨੂੰ ਇੱਥੋਂ ਵਾਲਿਆਂ ਨੂੰ ਇਹ ਪਤਾ ਲੱਗ ਜੇ ਕਿ ਵੋਟ ਇਹਦੇ ਆਧਾਰ ਤੇ ਮਿਲਦੀ ਹੈ, ਤਾਂ ਵੀ ਮੈਨੂੰ ਲੱਗਦਾ ਖੇਤਰੀ ਪਾਰਟੀ ਇਹਦੇ ਪੱਖ ਚ ਮਤਾ ਪਾ ਸਕਦੀ ਹੈ। ਨੈਸ਼ਨਲ ਤਾਂ ਫਿਰ ਵੀ ਉੱਪਰੋਂ ਘੱਡੀ, ਨੈਸ਼ਨਲ ਲੈਵਲ ਤੇ ਇੱਕ ਤਰੀਕਾ ਹੋਰ ਟਾਈਪ ਦਾ ਬਣ ਜਾਂਦਾ, ਕਿਉਂਕਿ ਉਹ ਜਦੋਂ ਇੱਕ ਉਦਮ ਮੂੜ ਚੁੱਕ ਦਿੰਦੇ ਨੇ ਇਸ ਪੱਧਰ ਦਾ, ਦੇਖੋ ਜੀ ਪਤਾ ਨਹੀਂ ਦੇਸ਼ ਧਰੋਹੀ ਹੋ ਗਏ, ਪਤਾ ਨਹੀਂ ਦੁਸ਼ਮਣ ਨਾਲ ਦੋਸਤੀ ਦੀ ਗੱਲ ਕਰਦੇ ਨੇ, ਪਤਾ ਨਹੀਂ ਕੀ ਕਰਦੇ ਨੇ, ਇੱਕ ਵਰਤਾਂਤ ਸਿਰਜਿਆ ਜਾਂਦਾ। ਉਹ ਵਰਤਾਂਤ ਦੇ ਡਰ ਕੇ ਸਾਡਾ ਸਿਆਸਤਦਾਨ ਫਿਰ ਅੰਦਰ ਵੜ ਜਾਂਦਾ ਉਸੇ ਸਾਰੇ ਮਾਮਲੇ। ਨਿਧੜਕ ਤੌਰ ਤੇ ਇਸੇ ਕਰਕੇ ਹੈ ਕਿ ਇਹਨਾਂ ਚੀਜ਼ਾਂ ਵਾਸਤੇ ਫਰੈਸ਼ ਸਿਆਸਤ ਚਾਹੀਦੀ ਹੁੰਦੀ ਹੈ। ਜੇ ਤਾਂ ਉਹਨਾਂ ਆਗੂਆਂ ਦੇ ਵਿੱਚ ਦੀ ਹੀ ਸਮਝਦਾਰੀ ਐਡੀ ਵੱਡੀ ਤਬਦੀਲ ਹੋ ਜੇ, ਜਾਂ ਤਬਦੀਲ ਹੋ ਕੇ ਉਹ ਜੋਖਮ ਉਠਾਉਣਾ ਵੀ ਚਾਹਣ, ਇੱਕ ਵਾਰ ਵੋਟ ਨਹੀਂ ਵੀ ਮਿਲੂ ਤਾਂ ਵੀ ਕੋਈ ਗੱਲ ਨਹੀਂ, ਪਰ ਉਹ ਲੰਮੇ ਸਮੇਂ 'ਚ ਇਸ ਗੱਲ ਤੇ ਕੰਮ ਕਰਨ, ਫਿਰ ਤਾਂ ਉਹ ਕਰ ਸਕਦੇ ਨੇ। ਜੇ ਉਹ ਕੇਵਲ ਵੋਟ ਤੋਂ ਮਾੜਾ ਮੋਟਾ ਵੀ ਇੱਧਰ ਨਹੀਂ ਜਾ ਸਕਦੇ, ਜਾਂ ਲੋਕਾਂ 'ਚ ਜਾਗਰੂਕਤਾ ਪੈਦਾ ਕਰਨ ਲਈ ਮੁਹਿੰਮ ਨਹੀਂ ਚਲਾ ਸਕਦੇ, ਫਿਰ ਉਹਨਾਂ ਤੋਂ ਉਮੀਦ ਰੱਖਣਾ ਮੇਰਾ ਖਿਆਲ ਸੰਭਵ ਨਹੀਂ ਹੈ। ਪਰ ਫਿਰ ਵੀ ਲੋਕਾਂ ਦੀ ਜਾਗਰੂਕਤਾ ਹੀ ਹੈ, ਲੋਕਾਂ ਦੇ ਅੰਦਰ ਇੱਕ ਰਾਇਮਸ਼ੁਮਾਰੀ ਬਣਨੀ ਚਾਹੀਦੀ ਹੈ। ਜਿੰਨੀਆਂ ਜਨਤਕ ਜਥੇਬੰਦੀਆਂ ਨੇ, ਜਿੰਨਾ ਬੌਧਿਕ ਤਬਕਾ ਹੈ, ਜਿੰਨੀਆਂ ਬਾਕੀ ਜਥੇਬੰਦੀਆਂ ਨੇ, ਚਾਹੇ ਕਿਸਾਨ ਜਥੇਬੰਦੀਆਂ ਹੋਣ, ਉਹ ਜਦੋਂ ਇਹ ਮੁੱਦੇ ਨੂੰ ਉਭਾਰਨਗੇ ਵੱਡੇ ਪੱਧਰ ਤੇ, ਤਾਂ ਸਿਆਸਤਦਾਨਾਂ ਨੂੰ ਵੀ ਮਾੜਾ ਜਿਹਾ ਸ਼ਾਇਦ ਹੌਸਲਾ ਪੈ ਜਾਊਗਾ, ਉਹ ਵੀ ਉਸ ਪਾਸੇ ਵੱਲ ਤੁਰਨ ਲੱਗ ਜਾਣਗੇ ਆਪਣੇ ਆਪ। ਮੈਨੂੰ ਨਹੀਂ ਪੰਜਾਬ ਦੀ ਵਿਧਾਨ ਸਭਾ ਵਾਲਿਆਂ ਤੋਂ, ਹਾਂ ਕੋਈ ਇੰਡੀਪੈਂਡੈਂਟ ਹੋਣ ਇੱਕਾ ਦੁੱਕਾ ਬੰਦੇ ਜਿਨ੍ਹਾਂ ਨੂੰ ਕੋਈ ਵੱਡੀ ਗੱਲ ਨਹੀਂ ਲੱਗਦੀ, ਉਹ ਜੇ ਕੋਈ ਮਤਾ ਲਿਆ ਦੇਣ, ਉੱਥੇ ਚਰਚਾ ਹੋਵੇ, ਫਿਰ ਸ਼ਾਇਦ ਪਾਸ ਹੋ ਜੇ, ਨਾ ਪਾਸ ਹੋ ਜੇ ਉਹ ਅਲੱਗ ਜਵਾਨ ਹੈ, ਪਹਿਲਾਂ ਮਤਾ ਹੀ ਲਿਆਂਦਾ ਜਾਵੇ ਉਹੀ ਕਾਫੀ ਹੁੰਦਾ। ਤੇ ਕੋਈ ਇਹੋ ਜਿਹੀ ਪਹਿਲ ਕਦਮੀ ਕਰ ਲੇ ਤਾਂ ਚੰਗੀ ਗੱਲ ਹੈ। ਜੀ ਸ਼ੁਕਰੀਆ ਅਮੀਰ ਸਿੰਘ ਜੀ, ਧੰਨਵਾਦ ਤੁਹਾਡਾ ਜੀ, ਮਿਹਰਬਾਨੀ। ਸੋ ਮੇਰੇ ਨਾਲ ਮੌਜੂਦ ਸਨ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ। ਚਰਚਾ ਅਸੀਂ ਕੀਤੀ ਹੈ ਕਿ ਬਾਰਡਰ ਖੁਲਵਾਓ, ਪੰਜਾਬ ਬਚਾਓ, ਕਿਸਾਨੀ, ਵਪਾਰ ਸਭ ਕੁਝ ਬਚਾਇਆ ਜਾ ਸਕਦਾ, ਪਰ ਨੀਅਤ ਜਿਹੜੀ ਆ ਉਹ ਸਿਆਸਤਦਾਨਾਂ ਦੀ ਚੰਗੀ ਹੋਣੀ ਚਾਹੀਦੀ ਹੈ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।